ਗੁਰੂ ਨਾਨਕ ਦੇਵ ਮਹਾਰਾਜ, ਜਿਵੇਂ ਆਪਾਂ ਪਿਛਲੀ ਕਥਾ ਵਿੱਚ ਸੁਣਿਆ ਸੀ ਕਿ ਉਹ ਸਿੱਧ ਜੋਗੀਆਂ ਕੋਲ ਹਿਮਾਲਿਆ ਪਰਬਤ ਉੱਤੇ ਪਹੁੰਚੇ ਹੋਏ ਨੇ। ਸਿੱਧਾਂ ਜੋਗੀਆਂ ਨੇ ਗੁਰੂ ਨਾਨਕ ਸਾਹਿਬ ਨੂੰ ਪਹਿਲਾਂ ਤੇ ਬਾਲਾ ਯਾਨੀ ਬੱਚਾ ਆਖ ਕੇ ਪੁਕਾਰਿਆ। ਫਿਰ ਜਿਵੇਂ ਜਿਵੇਂ ਗੁਰੂ ਨਾਨਕ ਸਾਹਿਬ ਦੀ ਅਜ਼ਮਤ, ਉਹਨਾਂ ਦੀ ਵਡਿਆਈ ਦੀ ਸਮਝ ਆਈ, ਫਿਰ ਉਹਨਾਂ ਚਾਹਿਆ ਕਿ ਗੁਰੂ ਨਾਨਕ ਸਾਡੇ ਮੱਤ ਵਿੱਚ ਆ ਜਾਣ। ਉਹਨਾਂ ਨੇ ਬਹੁਤ ਯਤਨ ਕੀਤਾ, ਕਈ ਕਰਾਮਾਤਾਂ ਚਮਤਕਾਰ ਦਿਖਾਏ, ਪਰ ਭਾਈ ਗੁਰਦਾਸ ਜੀ ਦੇ ਲਿਖਣ ਮੁਤਾਬਕ ਕਿਹੜਾ ਚੱਲੇ ਗੁਰੂ ਦੀ ਚਾਲਾ। ਗੁਰੂ ਨਾਨਕ ਸਾਹਿਬ ਦੇ ਅੱਗੇ, ਉਹਨਾਂ ਦੀ ਵਿਚਾਰਧਾਰਾ ਦੇ ਅੱਗੇ ਕੋਈ ਟਿਕ ਨਾ ਸਕਿਆ। ਫਿਰ ਉਹਨਾਂ ਨੇ ਗੁਰੂ ਜੀ ਦੇ ਨਾਲ ਬੜੇ ਦਾਰਸ਼ਨਿਕ ਸਵਾਲ ਕਰਨੇ ਚਾਹੇ ਵੀ ਹੋ ਸਕਦਾ ਹੈ ਕਿ ਸਾਡੇ ਇਹੋ ਜਿਹੇ ਡੂੰਘੇ ਸਵਾਲਾਂ ਦੇ ਜਵਾਬ ਗੁਰੂ ਨਾਨਕ ਸਾਹਿਬ ਨਾ ਦੇ ਸਕਣ ਤੇ ਸ਼ਾਇਦ ਫਿਰ ਸਾਡੇ ਮੱਤ ਵਿੱਚ ਉਹ ਆ ਜਾਣ। ਜਿਹੜੇ ਉਹਨਾਂ ਨੇ ਸਵਾਲ ਕੀਤੇ ਉਹ ਸਿੱਧ ਗੋਸ਼ਟ ਬਾਣੀ ਦੇ ਅੰਦਰ ਦਰਜ ਹਨ। ਉਹਨਾਂ ਨੇ ਸ੍ਰਿਸ਼ਟੀ ਦੇ ਆਦਿ ਬਾਰੇ ਪੁੱਛਿਆ, ਇਸ ਦਾ ਆਦਿ ਕੀ ਹੈ, ਇਹਦਾ ਮੁੱਢ ਕੀ ਹੈ। ਉਹਨਾਂ ਨੇ ਮਨੁੱਖੀ ਜੀਵਨ ਬਾਰੇ ਬਹੁਤ ਸਾਰੇ ਸਵਾਲ ਉਠਾਏ। ਉਹਨਾਂ ਨੇ ਆਤਮਾ ਬਾਰੇ ਪੁੱਛਿਆ, ਮਨ ਦਾ ਟਿਕਾ ਕਿਉਂ ਨਹੀਂ ਬਣਦਾ, ਇਹਦੇ ਬਾਰੇ ਪੁੱਛਿਆ। ਯਾਨੀ ਬੜੇ ਹੀ ਗਹਿਰੇ ਸਵਾਲ ਸਨ ਉਹਨਾਂ ਦੇ। ਗੁਰੂ ਨਾਨਕ ਸਾਹਿਬ ਬਾਖੂਬੀ ਉਹਨਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਹਨ। ਹੁਣ ਅੱਜ ਉਹਨਾਂ ਨੇ ਨਵੇਂ ਸਵਾਲ ਸ਼ੁਰੂ ਕੀਤੇ ਨੇ। ਆਪਾਂ ਕੁਝ ਸਵਾਲ ਉਹਨਾਂ ਦੇ ਵੇਖਾਂਗੇ ਤੇ ਫਿਰ ਆਪਾਂ ਅੱਜ ਦੀ ਇਸ ਵਿਚਾਰ ਨੂੰ ਸਮਾਪਤ ਕਰਾਂਗੇ ਤੇ ਗੁਰੂ ਜੀ ਫਿਰ ਅੱਗੇ ਨੇਪਾਲ ਵਾਲੇ ਪਾਸੇ ਜਾਣਗੇ। ਹੁਣ ਪਿਛਲੀ ਕਥਾ ਵਿੱਚ ਆਪਾਂ ਸੁਣਿਆ ਸੀ ਕਿ ਉਹਨਾਂ ਨੇ ਬਹੁਤ ਸਾਰੇ ਜਿਹੜੇ ਸਵਾਲ ਕੀਤੇ, ਉਹਨਾਂ ਵਿੱਚੋਂ ਕੁਝ ਇਹੋ ਜਿਹੇ ਸਨ ਕਿ ਤੁਸੀਂ ਘਰ-ਬਾਰ ਕਿਉਂ ਛੱਡਿਆ, ਤੁਸੀਂ ਉਦਾਸੀ ਕਿਉਂ ਧਾਰਨ ਕੀਤੀ, ਤੁਸੀਂ ਕਿਸ ਵੱਖਰ ਦੇ ਵਣਜਾਰੇ ਹੋ, ਇਤਿਆਦਿਕ ਸਵਾਲ ਸਨ ਉਹਨਾਂ ਦੇ। ਅੱਜ ਪੁੱਛਦੇ ਨੇ ਕਿਤ ਬਿਧ ਪੁਰਖਾ ਜਨਮ ਵਟਾਇਆ। ਜਿਹੜੀ ਜਨਮ ਵਟਾਉਣ ਵਾਲੀ ਗੱਲ ਏ, ਸਾਨੂੰ ਇਹਨੂੰ ਜਦੋਂ ਆਪਾਂ ਅੱਖਰੀ ਅਰਥ ਵੇਖਦੇ ਹਾਂ ਤੇ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਜਨਮ ਤਬਦੀਲ ਕਰ ਲਿਆ ਹੋਵੇ, ਵੀ ਜਿਵੇਂ ਕਿਸੇ ਇੱਕ ਜਾਤੀ ਤੋਂ ਦੂਸਰੀ ਜਾਤੀ ਵਿੱਚ ਕੋਈ ਚਲਾ ਜਾਏ। ਸੋ ਪਰ ਇਹਦੇ ਅਰਥ ਇਹ ਨਹੀਂ ਹਨ। ਵਿਦਵਾਨ ਸੱਜਣਾ ਦਾ ਮਤ ਹੈ ਕਿ ਇਹਦੇ ਅਰਥ ਨੇ ਕਿ ਤੁਸੀਂ ਆਪਣੀ ਜ਼ਿੰਦਗੀ ਨੂੰ ਤਬਦੀਲ ਕਿਵੇਂ ਕਰ ਲਿਆ, ਜ਼ਿੰਦਗੀ ਤੁਹਾਡੀ ਬਦਲ ਕਿਵੇਂ ਗਈ। ਕਿਤ ਬਿਧ ਕਿਸ ਤਰੀਕੇ ਨਾਲ, ਇਹ ਪੁਰਖਾ ਗੁਰੂ ਨਾਨਕ ਸਾਹਿਬ ਨੂੰ ਆਖਦੇ ਨੇ, ਤੁਸੀਂ ਕਿਸ ਤਰੀਕੇ ਨਾਲ ਆਪਣੀ ਜ਼ਿੰਦਗੀ ਨੂੰ ਤਬਦੀਲ ਕਰ ਲਿਆ। ਇਹ ਸਵਾਲ ਸ਼ਾਇਦ ਉਹਨਾਂ ਨੇ ਇਸ ਲਈ ਪੁੱਛਿਆ ਹੋਵੇ ਕਿ ਉਹ ਤੇ ਹਜ਼ਾਰਾਂ ਵਰ੍ਹੇ ਹੋ ਗਿਆ ਸੀ ਉਹਨਾਂ ਨੂੰ ਬੈਠਿਆਂ, ਸੈਂਕੜੇ ਵਰ੍ਹੇ ਹੋ ਗਿਆ ਸੀ ਬੈਠਿਆਂ, ਪਹਾੜਾਂ ਦੀਆਂ ਕੰਦਰਾਂ ਵਿੱਚ ਲੁਕ ਕੇ, ਅੰਦਰ ਬੈਠ ਕੇ ਉਹ ਦੇਖ ਰਹੇ ਸਨ ਕਿ ਅਸੀਂ ਆਪਣੇ ਜੀਵਨ ਨੂੰ ਤਬਦੀਲ ਨਹੀਂ ਕਰ ਪਾਏ। ਪਰ ਇਸ ਨੇ ਛੋਟੀ ਜਿਹੀ ਉਮਰ ਵਿੱਚ ਆਪਣੇ ਜੀਵਨ ਨੂੰ ਬਦਲ ਲਿਆ। ਇਹਨਾਂ ਕਿਵੇਂ ਬਦਲਿਆ? ਗੁਰੂ ਨਾਨਕ ਸਾਹਿਬ ਜੀ ਨੇ ਜਿਹੜਾ ਜਵਾਬ ਦਿੱਤਾ, ਆਖਣ ਲੱਗੇ ਸਤਿਗੁਰ ਕੈ ਜਨਮੇ ਗਵਨ ਮਿਟਾਇਆ। ਇਹ ਜਿਹੜਾ ਆਉਣ ਜਾਣ ਦਾ ਚੱਕਰ ਏ, ਜਨਮ ਤੇ ਮਰਨ ਦਾ ਗੇੜ ਏ, ਜਿਸ ਨੂੰ ਤੁਸੀਂ ਜਨਮ ਵਟਾਇਆ ਕਹਿ ਰਹੇ ਹੋ, ਇਹ ਅਸੀਂ ਸਤਿਗੁਰੂ ਦੇ ਘਰ ਵਿੱਚ ਜਨਮ ਲੈ ਕੇ ਇਸ ਨੂੰ ਮਿਟਾਇਆ ਹੈ। ਹੁਣ ਸਤਿਗੁਰੂ ਜੀ ਦੇ ਘਰ ਵਿੱਚ ਜਨਮ ਕਿਵੇਂ ਲਿਆ ਜਾ ਸਕਦਾ ਹੈ? ਅਸੀਂ ਆਪਣੇ ਆਪਣੇ ਪਰਿਵਾਰਾਂ ਵਿੱਚ ਆਪਣੇ ਮਾਤਾ ਪਿਤਾ ਦੇ ਗ੍ਰਹਿ ਜਨਮ ਲੈਂਦੇ ਹਾਂ, ਪਰ ਸਤਿਗੁਰੂ ਦੇ ਘਰ ਵਿੱਚ ਜਨਮ ਕਿਵੇਂ ਲਿਆ ਜਾ ਸਕਦਾ ਹੈ? ਗੁਰਬਾਣੀ ਵਿੱਚੋਂ ਸਾਨੂੰ ਸੇਧ ਮਿਲਦੀ ਏ
ਕਿ ਸਤਿਗੁਰੂ ਦੇ ਘਰ ਵਿੱਚ ਜਨਮ ਲੈਣ ਦਾ ਹੋਰ ਕੋਈ ਤਰੀਕਾ ਨਹੀਂ, ਇੱਕੋ ਹੀ ਤਰੀਕਾ ਏ ਕਿ ਅਸੀਂ ਸਤਿਗੁਰੂ ਦੇ ਹੁਕਮ ਵਿੱਚ ਆ ਜਾਈਏ। ਅਸੀਂ ਸਤਿਗੁਰੂ ਜੀ ਦੀ ਰਜ਼ਾ ਨੂੰ ਆਪਣੇ ਸਿਰ ਮੱਥੇ ਤੇ ਪ੍ਰਵਾਨ ਕਰੀਏ। ਜਦੋਂ ਆਪਾਂ ਆਪਣੇ ਗੁਰੂ ਦਾ, ਵਾਹਿਗੁਰੂ ਜੀ ਦਾ ਹੁਕਮ ਮੰਨਣਾ ਸ਼ੁਰੂ ਕਰਦੇ ਹਾਂ ਤੇ ਮਾਨੋ ਸਾਡਾ ਜਨਮ ਹੁਣ ਸਤਿਗੁਰੂ ਜੀ ਦੇ ਘਰ ਵਿੱਚ ਹੋ ਜਾਂਦਾ ਹੈ। ਗੁਰੂ ਸਾਹਿਬ ਜੀ ਨੇ ਆਖਿਆ, ਮੈਂ ਅਕਾਲ ਪੁਰਖ, ਯਾਨੀ ਇੱਕ ਗੱਲ ਆਪਾਂ ਹਮੇਸ਼ਾ ਯਾਦ ਰੱਖਣੀ ਹੈ ਕਿ ਗੁਰੂ ਨਾਨਕ ਸਾਹਿਬ ਦਾ ਸਤਿਗੁਰੂ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਨਹੀਂ। ਹੁਣ ਜਦੋਂ ਸਤਿਗੁਰੂ ਸ਼ਬਦ ਵਰਤਦੇ ਨੇ ਤੇ ਸਾਨੂੰ ਇਉਂ ਲੱਗਦਾ ਹੈ ਕਿ ਜਿਵੇਂ ਸ਼ਾਇਦ ਗੁਰੂ ਨਾਨਕ ਸਾਹਿਬ ਦਾ ਕੋਈ ਵਿਅਕਤੀ ਗੁਰੂ ਹੋਵੇ ਜਿਹਦੇ ਘਰ ਵਿੱਚ ਉਹਨਾਂ ਜਨਮ ਲਿਆ ਤੇ ਉਹਨਾਂ ਨੇ ਆਉਣ ਜਾਣ ਦਾ ਚੱਕਰ ਖਤਮ ਕਰ ਲਿਆ ਤੇ ਉਹਨਾਂ ਦਾ ਜਨਮ ਤਬਦੀਲ ਹੋ ਗਿਆ, ਜ਼ਿੰਦਗੀ ਬਦਲ ਗਈ। ਪਰ ਸਤਿਗੁਰ ਦਾ ਜਿਹੜਾ ਆਖਰੀ ਅਰਥ ਹੁੰਦਾ, ਇਹਦਾ ਮਤਲਬ ਹੁੰਦਾ ਸੱਚਾ ਗੁਰੂ। ਤੇ ਸੱਚਾ ਗੁਰੂ ਗੁਰਬਾਣੀ ਅਨੁਸਾਰ ਕੇਵਲ ਤੇ ਕੇਵਲ ਇੱਕ ਹੈ, ਜਿਸ ਨੂੰ ਆਪਾਂ ਅਕਾਲ ਪੁਰਖ ਆਖਦੇ ਹਾਂ, ਉਹ ਪਰਮ ਸੱਤਾ ਆਖਦੇ ਹਾਂ, ਰੱਬੀ ਜੋਤ ਆਖਦੇ ਹਾਂ, ਇਸ ਸਮੁੱਚੇ ਬ੍ਰਹਿਮੰਡ ਦਾ ਕਰਤਾ ਪੁਰਖ ਆਖਦੇ ਹਾਂ। ਉਸ ਨੂੰ ਸਤਿਗੁਰੂ ਆਖਦੇ ਨੇ ਗੁਰੂ ਨਾਨਕ ਸਾਹਿਬ। ਉਹ ਕਹਿੰਦੇ ਨੇ, ਮੈਂ ਰੱਬੀ ਹੁਕਮ ਵਿੱਚ ਆ ਗਿਆ ਹਾਂ, ਰੱਬੀ ਭਾਣੇ ਵਿੱਚ ਆਪਣਾ ਜੀਵਨ ਬਿਤਾਉਂਦਾ ਹਾਂ, ਇਸ ਕਰਕੇ ਮੇਰਾ ਜਿਹੜਾ ਜੀਵਨ ਹੈ ਉਹ ਤਬਦੀਲ ਹੋ ਗਿਆ ਹੈ। ਅਗਲਾ ਉਹਨਾਂ ਨੇ ਸਵਾਲ ਕੀਤਾ, ਕਾਹੇ ਕੋ ਤੁਝ ਇਹ ਮਨ ਲਾਇਆ। ਸਾਨੂੰ ਬੜਾ ਲੰਮਾ ਅਰਸਾ ਹੋ ਗਿਆ ਸਮਾਧੀ ਲਾਉਂਦਿਆਂ, ਪਰ ਸਾਡਾ ਮਨ ਅਜੇ ਤੱਕ ਨਹੀਂ ਟਿਕਿਆ, ਸਾਡਾ ਮਨ ਲੱਗਾ ਨਹੀਂ। ਉਹ ਆਪਣਾ ਮਨ ਕਿਵੇਂ ਲਾਉਂਦੇ ਸਨ, ਥੋੜ੍ਹਾ ਜਿਹਾ ਆਪਾਂ ਇਹਦੇ ਵੱਲ ਧਿਆਨ ਲੈ ਚੱਲੀਏ। ਇੱਕ ਤਾਂ ਉਹ ਜੋਗੀ ਲੋਕ ਨਸ਼ਾ ਕਰਦੇ ਸਨ, ਸ਼ਰਾਬ ਆਦਿਕ ਪੀਂਦੇ ਸਨ ਉਹ। ਦੂਸਰਾ, ਉਹ ਨਸ਼ਾ ਕਰਕੇ ਆਪਣੇ ਆਸਨਾਂ ਤੇ ਬੈਠ ਜਾਂਦੇ, ਚੌਂਕੜੇ ਲਗਾਉਂਦੇ, ਅੱਖਾਂ ਬੰਦ ਕਰਦੇ। ਉਹਨਾਂ ਦਾ ਇੱਕ ਜੋਗੀ, ਇੱਕ ਉਹਨਾਂ ਦੇ ਕੋਲ ਛੋਟਾ ਜਿਹਾ ਸਾਜ਼ ਹੁੰਦਾ ਜਿਸ ਨੂੰ ਉਹ ਕਿੰਗਰੀ ਆਖਦੇ ਨੇ ਜਾਂ ਸਿੰਘੀ ਆਖਦੇ ਨੇ। ਉਹ ਕਿਸੇ ਪਸ਼ੂ ਦੇ ਸਿੰਗ ਤੋਂ ਬਣਿਆ ਹੋਇਆ ਸਾਜ਼ ਹੁੰਦਾ ਹੈ। ਉਹਦੇ ਵਿੱਚ ਜਦੋਂ ਮੂੰਹ ਨਾਲ ਜੋੜ ਕੇ ਫੂਕ ਮਾਰਦੇ ਨੇ, ਉਹਦੇ ਵਿੱਚੋਂ ਇੱਕ ਬਰੀਕ ਤੇ ਬੜੀ ਲੰਬੀ ਆਵਾਜ਼ ਨਿਕਲਦੀ ਏ। ਉਹ ਨਸ਼ਾ ਕਰਕੇ ਜੋਗੀ ਲੋਕ ਉਸ ਕਿੰਗਰੀ ਦੀ ਆਵਾਜ਼ ਵਿੱਚ ਆਪਣੀ ਸੁਰਤ ਨੂੰ ਜੋੜਦੇ ਨੇ। ਜਿੰਨਾ ਕੁ ਚਿਰ ਨਸ਼ਾ ਰਹਿੰਦਾ ਹੈ, ਜਿੰਨਾ ਕੁ ਚਿਰ ਉਹ ਕਿੰਗਰੀ ਦੀ ਆਵਾਜ਼ ਸੁਣਾਈ ਦਿੰਦੀ ਏ, ਓਨਾ ਕੁ ਚਿਰ ਤੇ ਮਨ ਉਹਦੇ ਵਿੱਚ ਜੁੜਿਆ ਰਹਿੰਦਾ ਹੈ। ਜਦੋਂ ਨਸ਼ਾ ਉਤਰਦਾ ਹੈ ਜਾਂ ਉਸ ਕਿੰਗਰੀ ਦੀ ਆਵਾਜ਼ ਬੰਦ ਹੋ ਜਾਂਦੀ ਏ, ਉਹਨਾਂ ਦਾ ਮਨ ਫਿਰ ਉਖੜ ਜਾਂਦਾ ਹੈ ਤੇ ਫਿਰ ਮਨ ਵਿੱਚ ਫੁਰਨੇ ਆਉਣੇ ਸ਼ੁਰੂ ਹੋ ਜਾਂਦੇ ਨੇ। ਉਹਨਾਂ ਦੇ ਮਨ ਲਾਉਣ ਦਾ ਇਹ ਤਰੀਕਾ ਸੀ ਤੇ ਇਸ ਤਰ੍ਹਾਂ ਉਹ ਸਦੀਆਂ ਤੋਂ ਕਰ ਰਹੇ ਸਨ, ਪਰ ਮਨ ਅਜੇ ਜੁੜਿਆ ਨਹੀਂ। ਗੁਰੂ ਜੀ ਨੂੰ ਪੁੱਛਦੇ ਨੇ ਕਿ ਤੁਸੀਂ ਆਪਣਾ ਮਨ ਕਿਵੇਂ ਲਗਾ ਲਿਆ। ਤੁਸੀਂ ਕਹਿੰਦੇ ਹੋ ਮੇਰੇ ਮਨ ਵਿੱਚ ਫੁਰਨੇ ਨਹੀਂ ਆਉਂਦੇ, ਮੇਰੇ ਮਨ ਵਿੱਚ ਵਿਕਾਰ ਨਹੀਂ ਆਉਂਦੇ, ਤੁਹਾਡਾ ਮਨ ਕਿਵੇਂ ਜੁੜ ਗਿਆ? ਗੁਰੂ ਸਾਹਿਬ ਨੇ ਜਿਹੜਾ ਬਚਨ ਆਖਿਆ, ਅਨਹਤ ਰਾਤੇ ਇਹ ਮਨ ਲਾਇਆ। ਸਾਡਾ ਜਿਹੜਾ ਤਰੀਕਾ ਹੈ ਮਨ ਜੋੜਨ ਦਾ, ਉਹ ਹੈ ਅਨਹਦ ਸ਼ਬਦ ਵਿੱਚ ਜੁੜਨਾ। ਹੁਣ ਜੇ ਤੇ ਤੁਹਾਨੂੰ ਸਾਰਿਆਂ ਨੂੰ ਅਨਹਦ ਸ਼ਬਦ ਬਾਰੇ ਪਤਾ ਹੈ ਤੇ ਬਹੁਤ ਭਲੀ ਗੱਲ ਏ। ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਕਿ ਉਹਦੇ ਵਿੱਚ ਆਪਣੇ ਮਨ ਨੂੰ ਲਗਾਇਆ ਕਰੀਏ, ਮਨ ਜੋੜਿਆ ਕਰੀਏ। ਵੈਸੇ ਜਦੋਂ ਆਪਾਂ ਗੁਰਦੁਆਰਿਆਂ ਦੇ ਅੰਦਰ ਸਿੱਖ ਸੰਗਤ ਵਿੱਚ ਅਨਹਦ ਸ਼ਬਦ ਦੀ ਗੱਲ ਕਰਦੇ ਹਾਂ, ਤ੍ਰਿਕੁਟੀ ਦੀ ਗੱਲ ਕਰਦੇ ਹਾਂ, ਦਸਮ ਦੁਆਰ ਦੀ ਗੱਲ ਕਰਦੇ ਹਾਂ, ਜਾਂ ਹੋਰ ਸਾਡੇ ਸਰੀਰ ਵਿੱਚ ਜਿਹੜੇ ਸਥਾਨ ਇਹੋ ਜਿਹੇ ਨੇ ਜਿਨ੍ਹਾਂ ਨੂੰ 6 ਚੱਕਰ ਆਖਿਆ ਜਾਂਦਾ ਹੈ, ਉਹਨਾਂ ਦੀ ਗੱਲ ਕਰਦੇ ਹਾਂ, ਤੇ ਕਈ ਵਾਰੀ ਇਤਰਾਜ਼ ਉੱਠਦੇ ਨੇ ਸੰਗਤ ਵੱਲੋਂ। ਇਤਰਾਜ਼ ਇਹ ਹੁੰਦਾ ਹੈ ਕਿ ਇਹ ਸਾਰੀ ਸ਼ਬਦਾਵਲੀ ਜੋਗੀਆਂ ਦੀ ਏ। ਜੋਗੀ ਲੋਕ ਇਹ ਕਰਮ ਕਰਦੇ ਸਨ। ਜੋਗੀ ਲੋਕ ਅਨਹਦ ਸ਼ਬਦ ਵਿੱਚ ਮਨ ਜੋੜਦੇ, ਜੋਗੀ ਲੋਕ ਦਸਵੇਂ ਦੁਆਰ ਵਿੱਚ ਸਵਾਸਾਂ ਨੂੰ ਟਿਕਾਉਂਦੇ,
ਜੋਗੀ ਲੋਕ ਆਪਣਾ ਆਗਿਆ ਚੱਕਰ ਖੋਲ੍ਹਦੇ, ਗੁਰਮਤਿ ਦਾ ਇਹਦੇ ਨਾਲ ਕੋਈ ਵਾਸਤਾ ਨਹੀਂ, ਕੋਈ ਸਬੰਧ ਨਹੀਂ, ਇਹ ਇਤਰਾਜ਼ ਆਉਂਦੇ ਨੇ ਸੰਗਤ ਵੱਲੋਂ। ਪਰ ਜੇ ਸਾਧ ਸੰਗਤ ਜੀ ਆਪਾਂ ਥੋੜ੍ਹਾ ਜਿਹਾ ਧਰਮੇ ਨਾਲ, ਹੌਸਲੇ ਨਾਲ ਇਸ ਚੀਜ਼ ਨੂੰ ਵਿਚਾਰੀਏ, ਤੇ ਇਹ ਤੇ ਹੁਣ ਗੁਰੂ ਨਾਨਕ ਸਾਹਿਬ ਆਖ ਰਹੇ ਨੇ ਕਿ ਅਨਹਦ ਰਾਤੇ ਇਹ ਮਨ ਲਾਇਆ। ਮੈਂ ਅਨਹਦ ਵਿੱਚ ਆਪਣੇ ਮਨ ਨੂੰ ਰੰਗਿਆ ਹੋਇਆ ਹੈ। ਮੇਰਾ ਮਨ ਹਮੇਸ਼ਾ ਅਨਹਦ ਸ਼ਬਦ ਵਿੱਚ ਜੁੜਿਆ ਰਹਿੰਦਾ ਹੈ। ਇਸ ਤਰ੍ਹਾਂ ਮੇਰਾ ਮਨ ਲੱਗਿਆ ਹੋਇਆ ਹੈ। ਮੇਰਾ ਮਨ ਹੁਣ ਉਖੜਦਾ ਨਹੀਂ, ਕਿਉਂਕਿ ਜਿਹੜੀ ਤੁਹਾਡੀ ਕਿੰਗਰੀ ਦੀ ਆਵਾਜ਼ ਏ ਉਹ ਤਾਂ ਆਉਂਦੀ ਏ ਤੇ ਬੰਦ ਹੋ ਜਾਂਦੀ ਏ। ਤੁਸੀਂ ਨਸ਼ਾ ਕਰਦੇ ਹੋ, ਨਸ਼ਾ ਉਤਰ ਜਾਂਦਾ ਹੈ। ਪਰ ਜਿਹੜਾ ਅਨਹਦ ਸ਼ਬਦ ਏ, ਇੱਕ ਤਾਂ ਇਹ ਬਿਨਾਂ ਵਜਾਇਆਂ ਵੱਜਦਾ, ਇਹਨੂੰ ਕੋਈ ਵਜਾ ਨਹੀਂ ਰਿਹਾ, ਇਹਦਾ ਕੋਈ ਵਜੰਤਰੀ ਨਹੀਂ, ਇਹ ਕੁਦਰਤੀ ਹੋ ਰਿਹਾ ਹੈ। ਅਨਹਦ ਸ਼ਬਦ ਸਾਡੇ ਸਭਨਾਂ ਦੇ ਅੰਦਰ ਹੋ ਰਿਹਾ ਹੈ। ਕੋਈ ਜੀਵ ਜੰਤੂ ਐਸਾ ਨਹੀਂ ਜਿਹਦੇ ਅੰਦਰ ਉਹ ਅਨਹਦ ਸ਼ਬਦ ਹੋ ਨਾ ਰਿਹਾ ਹੋਵੇ। ਇਹ ਵੱਖਰੀ ਗੱਲ ਹੈ ਕਿ ਅਸੀਂ ਉਸ ਨੂੰ ਸੁਣਦੇ ਹਾਂ ਕਿ ਨਹੀਂ ਸੁਣਦੇ, ਸਾਨੂੰ ਉਹ ਸੁਣਾਈ ਦਿੰਦਾ ਹੈ ਕਿ ਨਹੀਂ ਸੁਣਾਈ ਦਿੰਦਾ। ਪਰ ਗੁਰੂ ਨਾਨਕ ਸਾਹਿਬ ਨੇ ਸਿੱਧਾਂ ਨੂੰ ਆਖਿਆ ਕਿ ਜਿਹੜਾ ਮੇਰਾ ਮਨ ਲੱਗਾ ਹੈ ਉਹਦਾ ਹੋਰ ਕੋਈ ਤਰੀਕਾ ਨਹੀਂ, ਹੋਰ ਕੋਈ ਸਾਧਨ ਨਹੀਂ, ਉਹ ਕੇਵਲ ਤੇ ਕੇਵਲ ਅਨਹਦ ਸ਼ਬਦ ਵਿੱਚ ਜੁੜਿਆ ਰਹਿੰਦਾ ਹੈ। ਤੇ ਉਹ ਅਨਹਦ ਸ਼ਬਦ ਰਾਤ ਦਿਨ ਹੁੰਦਾ ਹੈ। ਉਹਦੇ ਨਾਲੋਂ ਹੁਣ ਮੇਰਾ ਮਨ ਕਦੇ ਟੁੱਟਦਾ ਨਹੀਂ। ਅਨਹਦ ਵਿੱਚ ਮਨ ਨੂੰ ਜੋੜ ਕੇ ਮੈਂ ਆਪਣੇ ਮਨ ਨੂੰ ਟਿਕਾ ਲਿਆ ਹੋਇਆ ਹੈ। ਉਹਨਾਂ ਦਾ ਅਗਲਾ ਸਵਾਲ ਹੈ, ਕਿਤ ਬਿਦ ਆਸਾ ਮਨਸਾ ਖਾਈ। ਕਿਉਂਕਿ ਅਸੀਂ ਜਿੰਨੇ ਵੀ ਲੋਕ ਹਾਂ, ਭਾਵੇਂ ਅਸੀਂ ਅਧਿਆਤਮ ਮਾਰਗ 'ਤੇ ਚੱਲਦੇ ਹਾਂ, ਭਾਵੇਂ ਅਸੀਂ ਗੁਰੂ ਘਰ ਨਾਲ ਜੁੜੇ ਹਾਂ, ਭਾਵੇਂ ਕਿਸੇ ਹੋਰ ਧਰਮ ਸਥਾਨ ਨਾਲ ਜੁੜੇ ਹੋਏ ਹਾਂ, ਅਸੀਂ ਗੁਰਬਾਣੀ ਦਾ ਪਾਠ ਕਰਦੇ ਹਾਂ, ਹੋਰ ਇਹੋ ਜਿਹੇ ਕਰਮ ਧਰਮ ਅਸੀਂ ਬਹੁਤ ਕਰਦੇ ਹਾਂ। ਪਰ ਵੇਖਣ ਵਾਲੀ ਗੱਲ ਹੈ ਕਿ ਸਾਡੇ ਮਨ ਵਿੱਚੋਂ ਆਸਾਵਾਂ ਤੇ ਮਨਸਾਵਾਂ ਖਤਮ ਹੋ ਗਈਆਂ ਨੇ। ਆਸਾ ਦਾ ਮਤਲਬ ਹੁੰਦਾ ਹੈ ਇੱਛਾ ਰੱਖਣਾ, ਕਿਸੇ ਪਦਾਰਥ ਦੀ, ਕਿਸੇ ਵਸਤੂ ਦੀ, ਕਿਸੇ ਚੀਜ਼, ਕਿਸੇ ਹੋਰ ਮਾਇਆ ਆਦਿਕ ਦੀ ਇੱਛਾ ਰੱਖਣਾ, ਇਸ ਨੂੰ ਆਸਾ ਆਖਦੇ ਨੇ। ਅਸੀਂ ਆਸ ਰੱਖਦੇ ਹਾਂ ਕਿ ਸਾਡੇ ਬੱਚੇ ਵੱਡੇ ਹੋ ਕੇ ਕੁਝ ਇਹੋ ਜਿਹੇ ਰੁਤਬੇ ਨੂੰ ਹਾਸਲ ਕਰ ਲੈਣਗੇ, ਸਾਨੂੰ ਬਹੁਤ ਫਿਰ ਮਾਇਆ ਆਏਗੀ। ਇਹ ਸਾਡੀ ਇੱਕ ਆਸ ਹੈ, ਭਾਵੇਂ ਜੀ ਉਸ ਆਸ ਨੂੰ ਪੂਰੀਆਂ ਹੋਣ ਨੂੰ 20-25 ਸਾਲ ਲੱਗਣੇ ਹੋਣ, ਪਰ ਸਾਡੀ ਇੱਕ ਆਸ ਹੈ। ਮਨਸਾ ਹੁੰਦੀ ਹੈ ਜਿਹੜੀ ਬੜੀ ਮਨ ਦੀ ਗਹਿਰਾਈ ਵਿੱਚੋਂ ਇੱਛਾ ਉੱਠੀ ਹੋਵੇ, ਜਿਹੜੀ ਅਸੀਂ ਹੁਣੇ ਇੱਕਦਮ ਪੂਰੀ ਕਰਨਾ ਚਾਹੁੰਦੇ ਹੋਈਏ, ਜਿਹਦੇ ਲਈ ਸਾਨੂੰ ਲੰਮਾ ਸਮਾਂ ਸੋਚਣ ਦੀ, ਵਿਚਾਰਨ ਦੀ ਜ਼ਰੂਰਤ ਨਾ ਹੋਵੇ। ਹੁਣੇ ਹੀ ਜਾਈਏ ਤੇ ਬਾਜ਼ਾਰੋਂ ਚੀਜ਼ ਖਰੀਦ ਕੇ ਲੈ ਆਈਏ, ਉਸ ਨੂੰ ਮਨਸਾ ਆਖਦੇ ਨੇ, ਜਿਹੜੀ ਸਾਡੇ ਮਨ ਦੇ ਤਹਿ ਦਿਲੋਂ ਅੰਦਰੋਂ ਕੋਈ ਖਾਹਿਸ਼ ਪ੍ਰਗਟ ਹੋਈ ਹੋਵੇ। ਹੁਣ ਉਹਨਾਂ ਦੀਆਂ ਜੋਗੀਆਂ ਦੀਆਂ ਜਿਹੜੀਆਂ ਆਸਾਵਾਂ ਨੇ, ਜਿਹੜੀਆਂ ਖਾਹਿਸ਼ਾਂ ਨੇ, ਉਹ ਬੜੀਆਂ ਹੋਰ ਕਿਸਮ ਦੀਆਂ ਨੇ। ਉਹ ਚਾਹੁੰਦੇ ਨੇ ਸਾਨੂੰ ਕਰਾਮਾਤ ਮਿਲੇ, ਅਸੀਂ ਇੰਨਾ ਟਾਈਮ ਇਸ ਸ਼ਬਦ ਦਾ ਅਭਿਆਸ ਕਰੀਏ, ਇੰਨਾ ਟਾਈਮ ਇਸ ਸਮਾਧੀ ਵਿੱਚ ਜਾਂ ਇਸ ਆਸਨ ਵਿੱਚ ਬੈਠੀਏ, ਸਾਨੂੰ ਉਹ ਸਿੱਧੀ ਪ੍ਰਾਪਤ ਹੋ ਜਾਏ ਕਿ ਅਸੀਂ ਆਕਾਸ਼ ਵਿੱਚ ਉੱਡ ਸਕੀਏ। ਸਾਨੂੰ ਸਿੱਧੀ ਪ੍ਰਾਪਤ ਹੋ ਜਾਏ ਕਿ ਅਸੀਂ ਪਾਣੀ ਦੇ ਉੱਤੇ ਤੁਰ ਸਕੀਏ। ਸਾਨੂੰ ਸਿੱਧੀ ਹਾਸਲ ਹੋ ਜਾਏ, ਅਸੀਂ ਬੈਠੇ ਬੈਠੇ ਗੁਪਤ ਹੋ ਜਾਈਏ। ਸਾਨੂੰ ਸਿੱਧੀ ਹਾਸਲ ਹੋ ਜਾਏ, ਅਸੀਂ ਉੱਥੇ ਬੈਠੇ ਹੀ ਫਿਰ ਪ੍ਰਗਟ ਹੋ ਜਾਈਏ। ਸਰੀਰ ਛੋਟਾ ਕਰ ਲਈਏ, ਸਰੀਰ ਵੱਡਾ ਕਰ ਲਈਏ। ਇਹੋ ਜਿਹੀ ਕਿਸਮ ਦੀਆਂ ਸਾਨੂੰ ਉਹਨਾਂ ਦੀਆਂ ਇੱਛਾਵਾਂ। ਗੁਰੂ ਸਾਹਿਬ ਨੂੰ ਆਖਦੇ ਨੇ ਕਿ ਤੁਹਾਡੇ ਅੰਦਰ ਕੋਈ ਨਾ ਆਸਾ ਰਹੀ, ਨਾ ਮਨਸਾ ਰਹੀ, ਤੁਸੀਂ ਇਹਨਾਂ ਨੂੰ ਕਿਸ ਤਰੀਕੇ ਨਾਲ ਖਤਮ ਕਰ ਲਿਆ ਹੈ। ਹੁਣ ਇਹਦਾ ਜਵਾਬ ਗੁਰੂ ਜੀ ਦਿੰਦੇ ਨੇ, ਮਨਸਾ ਆਸਾ ਸ਼ਬਦ ਜਲਾਈ। ਉਹ ਜਿਹੜਾ ਸ਼ਬਦ ਹੈ ਨਾ ਅਨਹਦ ਵਾਲਾ, ਉਸ ਸ਼ਬਦ ਵਿੱਚ ਅਸੀਂ ਆਪਣੇ ਮਨ ਨੂੰ ਜੋੜ ਲਿਆ ਹੈ। ਉਹਦੇ ਵਿੱਚ ਮਨ ਜੁੜਨ ਕਰਕੇ ਸਾਡੀ ਮਨਸਾ ਤੇ ਸਾਡੀ ਆਸਾ ਜਿਹੜੀ ਉਹ ਸੜ ਗਈਆਂ ਨੇ, ਭਾਵ ਖਤਮ ਹੋ ਗਈਆਂ ਨੇ। ਹੁਣ ਸਾਡੇ ਮਨ ਵਿੱਚ ਕੋਈ ਇੱਛਾ ਨਹੀਂ ਕਿ ਸਾਨੂੰ ਕੋਈ ਕਰਾਮਾਤ ਹਾਸਲ ਹੋਵੇ। ਸਾਡੇ ਮਨ ਵਿੱਚ ਕੋਈ ਇੱਛਾ ਨਹੀਂ ਕਿ ਲੋਕ ਸਾਨੂੰ ਸਤਿਕਾਰ ਅਦਬ ਦੇਣ।
ਸਾਨੂੰ ਗੁਰੂ ਕਰਕੇ ਸਾਡੀ ਪੂਜਾ ਕਰਨ, ਸਾਡੀ ਇਹੋ ਜਿਹੀ ਕੋਈ ਇੱਛਾ ਨਹੀਂ ਰਹੀ। ਸਾਡੀਆਂ ਸਾਰੀਆਂ ਇੱਛਾਵਾਂ, ਸਾਡੀਆਂ ਮਨ ਦੀਆਂ ਖਾਹਿਸ਼ਾਂ ਅਨਹਦ ਸ਼ਬਦ ਵਿੱਚ ਜੁੜਨ ਨਾਲ ਖਤਮ ਹੋ ਗਈਆਂ ਨੇ। ਅਗਲਾ ਬਚਨ, ਅਗਲਾ ਕੁਐਸਚਨ ਉਹਨਾਂ ਦਾ, ਕਿਤ ਬਿਦ ਜੋਤ ਨਿਰੰਤਰ ਪਾਈ। ਜੋਤ ਦਾ ਇੱਥੇ ਅਰਥ ਹੈ ਪਰਮਾਤਮਾ, ਜਿਸ ਨੂੰ ਆਪਾਂ ਰੱਬੀ ਜੋਤ ਆਖਦੇ ਹਾਂ, ਜਿਸ ਨੂੰ ਗੁਰੂ ਜੀ ਨੇ ਸਭ ਮੈਂ ਜੋਤ, ਜੋਤ ਮੈਂ ਜਾਤਾ ਆਖਿਆ ਹੋਇਆ ਹੈ। ਉਹ ਜਿਹੜੀ ਰੱਬੀ ਜੋਤ ਹੈ, ਜਿਹੜੀ ਨਿਰੰਤਰ ਹੈ, ਨਿਰਅੰਤਰ, ਲਗਾਤਾਰ ਇੱਕ ਰਸ ਵਿਆਪ ਰਹੀ ਹੈ। ਕਿਤ ਬਿਦ, ਤੁਸੀਂ ਕਿਸ ਤਰੀਕੇ ਨਾਲ ਉਸ ਨੂੰ ਪ੍ਰਾਪਤ ਕਰ ਲਿਆ। ਸਾਨੂੰ ਤੇ ਅੱਜ ਤੱਕ ਸਦੀਆਂ ਵਿੱਚ ਉਸ ਜੋਤ ਦਾ ਦਰਸ਼ਨ ਨਹੀਂ ਹੋਇਆ। ਗੁਰੂ ਜੀ ਕਹਿਣ ਲੱਗੇ ਕਿ ਤੁਸੀਂ ਜੋਤ ਦਾ ਦਰਸ਼ਨ ਕਰਨ ਲਈ ਯਤਨ ਹੀ ਨਹੀਂ ਕੀਤਾ, ਤੁਹਾਡੀ ਇੱਛਾ ਹੀ ਨਹੀਂ। ਤੁਸੀਂ ਤੇ ਇਹਨਾਂ ਬਿਨ ਸਜਾਣ ਵਾਲੀਆਂ ਕਰਾਮਾਤਾਵਾਂ ਨੂੰ ਪ੍ਰਾਪਤ ਕਰਨ ਲਈ ਸਾਰੀ ਜ਼ਿੰਦਗੀ ਲਗਾ ਦਿੱਤੀ, ਤੇ ਤੁਹਾਨੂੰ ਜਿਹੜੀ ਨਿਰੰਤਰ ਲਗਾਤਾਰ ਜੋਤ ਇਸ ਪੂਰੇ ਬ੍ਰਹਿਮੰਡ ਵਿੱਚ ਕੰਮ ਕਰਦੀ ਏ, ਉਸ ਦੇ ਦਰਸ਼ਨ ਕਿਵੇਂ ਹੋ ਸਕਦੇ ਸਨ। ਪਰ ਉਹਨਾਂ ਦਾ ਸਵਾਲ ਹੈ ਕਿ ਗੁਰੂ ਨਾਨਕ ਜੀ, ਤੁਸੀਂ ਕਿਸ ਤਰ੍ਹਾਂ ਇਸ ਜੋਤ ਨੂੰ ਪ੍ਰਾਪਤ ਕਰ ਲਿਆ, ਇਹਦੇ ਦਰਸ਼ਨ ਤੁਸੀਂ ਕਿਵੇਂ ਕਰ ਲਏ। ਗੁਰੂ ਜੀ ਆਖਣ ਲੱਗੇ, ਗੁਰਮੁਖ ਜੋਤ ਨਿਰੰਤਰ ਪਾਈ। ਇੱਥੇ ਗੁਰਮੁਖ ਦਾ ਅਰਥ ਹੈ ਜੀ ਗੁਰੂ ਦੀ ਰਾਹੀਂ। ਤੇ ਆਪਾਂ ਸਮਝ ਚੁੱਕੇ ਹਾਂ ਕਿ ਗੁਰੂ ਨਾਨਕ ਸਾਹਿਬ ਦੇ ਗੁਰੂ ਕੌਣ ਨੇ? ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ। ਇਹ ਜਿਹੜੀ ਰੱਬੀ ਜੋਤ ਹੈ, ਜਿਸ ਦਾ ਦਰਸ਼ਨ ਕੀਤਿਆਂ ਜਨਮ ਮਰਨ ਦੇ ਬੰਧਨ ਕੱਟੇ ਜਾਂਦੇ ਨੇ, ਜਿਹੜੀ ਇੱਕ ਰਸ ਲਗਾਤਾਰ ਸਭਨਾਂ ਵਿੱਚ ਵਿਆਪ ਰਹੀ ਏ, ਉਸ ਜੋਤ ਨੂੰ ਅਸੀਂ ਪ੍ਰਾਪਤ ਕੀਤਾ ਹੈ ਗੁਰੂ ਦੀ ਰਾਹੀਂ। ਜਿਹੜਾ ਅਸੀਂ ਮੂਲ ਮੰਤਰ ਪੜ੍ਹਦੇ ਹਾਂ ਨਾ ਜੀ, ਉਹਦੇ ਵਿੱਚ ਅਖੀਰ ਤੇ ਸ਼ਬਦ ਆਉਂਦਾ ਹੈ ਗੁਰ ਪ੍ਰਸਾਦ। ਉਹ ਹੁਣ ਮੂਲ ਮੰਤਰ ਵੀ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਿਆ ਹੋਇਆ ਹੈ। ਤੇ ਜਿਹੜਾ ਉਹ ਗੁਰ ਪ੍ਰਸਾਦ ਸ਼ਬਦ ਹੈ, ਅਸੀਂ ਉਹਦੇ ਅਰਥ ਜਦੋਂ ਕਰਦੇ ਹਾਂ ਤੇ ਕਹਿੰਦੇ ਹਾਂ ਗੁਰੂ ਦੀ ਕਿਰਪਾ ਨਾਲ। ਤੇ ਸਾਡਾ ਧਿਆਨ ਆਪਣੇ ਕਿਸੇ ਗੁਰੂ ਵੱਲ ਚਲਾ ਜਾਂਦਾ, ਜਿਸ ਨੂੰ ਆਪਾਂ ਗੁਰੂ ਮੰਨਦੇ ਹਾਂ। ਪਰ ਗੁਰੂ ਨਾਨਕ ਸਾਹਿਬ ਦਾ ਵਿਚਾਰ ਇਹ ਬਿਲਕੁਲ ਨਹੀਂ ਸੀ। ਉਹਨਾਂ ਦਾ ਵਿਚਾਰ ਸੀ ਕਿ ਜਿਹੜੇ ਉਤਲੇ ਗੁਣ ਨੇ ਪਰਮਾਤਮਾ ਦੇ, ਉਹਨਾਂ ਦੀ ਜਿਹੜੀ ਜਾਣਕਾਰੀ ਉਹ ਪਰਮਾਤਮਾ ਦੀ ਕਿਰਪਾ ਨਾਲ ਹੀ ਹੁੰਦੀ ਏ। ਉਂਝ ਪਰਮਾਤਮਾ ਦੀ ਕਿਰਪਾ ਨਾਲ ਹੀ ਗੁਰੂ ਨਾਨਕ ਸਾਹਿਬ ਵਰਗਾ ਪੂਰਾ ਗੁਰੂ ਮਿਲਦਾ ਹੈ। ਪਰਮਾਤਮਾ ਦੀ ਕਿਰਪਾ ਸਦਕਾ ਹੀ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਵਿਦਮਾਨ ਹੈ, ਉਸ ਦੀ ਸਮਝ ਆਉਣੀ ਸ਼ੁਰੂ ਹੁੰਦੀ ਏ। ਆਪਾਂ ਬੇਸ਼ੱਕ ਜੀ ਪਾਠ ਕਰਦੇ ਹਾਂ, ਕਰਾਉਂਦੇ ਹਾਂ, ਪਰ ਬੁਰਾ ਨਾ ਮੰਨਣਾ, ਆਪਾਂ ਨੂੰ ਗੁਰਬਾਣੀ ਦੀ ਸਮਝ ਅਜੇ ਕੋਈ ਨਹੀਂ ਆਈ, ਆਉਣ ਵੀ ਨਹੀਂ ਲੱਗੀ ਅਜੇ। ਮੈਂ ਆਪਣੀ ਗੱਲ ਕਰਦਾ ਤੇ ਮੈਨੂੰ ਇਉਂ ਲੱਗਦਾ ਹੈ ਕਿ ਫਿਰ ਬਾਕੀਆਂ ਦਾ ਕੀ ਹਾਲ ਹੋਣਾ ਹੈ। ਇਹੋ ਕੁਝ ਹੀ ਹੋਣਾ ਜੋ ਮੇਰਾ ਹੈ। ਮੈਨੂੰ ਅਜੇ ਸਮਝ ਨਹੀਂ ਆਉਣ ਲੱਗੀ ਤੇ ਬਾਕੀਆਂ ਨੂੰ ਕਿੱਥੋਂ ਆਉਣ ਲੱਗੀ ਹੋਏਗੀ। ਸੋ ਗੁਰੂ ਸਾਹਿਬ ਨੇ ਗੁਰਬਾਣੀ ਦੇ ਅੰਦਰ ਗੁਰੂ ਇੱਕ ਅਕਾਲ ਪੁਰਖ ਨੂੰ ਆਖਿਆ ਹੈ। ਪਰ ਮੈਂ ਪਹਿਲਾਂ ਬੇਨਤੀ ਕਰ ਦਿੱਤੀ ਹੈ ਕਿ ਉਸ ਅਕਾਲ ਪੁਰਖ ਦੀ ਕਿਰਪਾ ਨਾਲ ਹੀ ਸਾਨੂੰ ਗੁਰੂ ਨਾਨਕ ਸਾਹਿਬ ਵਰਗਾ ਗੁਰੂ ਮਿਲਦਾ ਹੈ, ਜਿਹੜਾ ਸਾਨੂੰ ਸ਼ਬਦ ਨਾਲ ਜੋੜ ਦਿੰਦਾ ਹੈ। ਦੁਨੀਆ ਵਿੱਚ ਬਹੁਤ ਸਾਰੇ ਗੁਰੂ ਨੇ ਜਿਹੜੇ ਆਪਣੇ ਸਰੀਰ ਨਾਲ ਮਾਨਵ ਜਾਤੀ ਨੂੰ ਜੋੜਦੇ ਨੇ, ਪਰ ਗੁਰੂ ਨਾਨਕ ਸਾਹਿਬ ਨੇ ਕਦੀ ਕਿਸੇ ਇੱਕ ਵਿਅਕਤੀ ਨੂੰ ਵੀ ਨਹੀਂ ਆਖਿਆ ਆਪਣੇ 10 ਜਾਮਿਆਂ ਵਿੱਚ ਕਿ ਤੁਸੀਂ ਮੇਰੇ ਸਰੀਰ ਨਾਲ ਜੁੜੋ ਜਾਂ ਮੇਰੀ ਗੱਲ ਸੁਣੋ। ਉਹ ਕਹਿੰਦੇ ਨੇ ਸ਼ਬਦ ਨਾਲ ਜੁੜੋ। ਸ਼ਬਦ ਨਾਲ ਜੁੜਿਆ ਹੀ ਤੁਹਾਡਾ ਅਖੀਰ ਭਲਾ ਹੋਣਾ ਹੈ। ਜੇ ਆਪਾਂ ਸ਼ਬਦ ਨਾਲ ਨਾ ਜੁੜ ਪਾਏ ਤੇ ਫਿਰ ਅਸੀਂ ਜਨਮ ਮਰਨ ਦੇ ਗੇੜ ਵਿੱਚ ਵੀ ਪਏ ਰਹਿਣਾ ਹੈ ਤੇ ਸਾਨੂੰ ਨਿਰੰਤਰ ਜੋਤ ਦਾ ਦੀਦਾਰ ਵੀ ਨਹੀਂ ਹੋਣਾ, ਜਿਸ ਨੂੰ ਗੁਰਬਾਣੀ ਤੋਂ ਬਾਹਰ ਇਹ ਬਚਨ ਆਖੇ ਗਏ ਨੇ, ਜਾਗਤ ਜੋਤ ਜਪੈ ਨਿਸ ਬਾਸੁਰ, ਏਕ ਬਿਨਾ ਮਨ ਨੈਕ ਨ ਆਨੈ। ਰਾਤ ਦਿਨੇ ਉਸ ਜੋਤ ਨੂੰ ਯਾਦ ਰੱਖਣਾ ਹੈ, ਉਸ ਸੱਤਾ ਨੂੰ ਯਾਦ ਰੱਖਣਾ ਹੈ।
ਸਾਨੂੰ ਬਹੁਤ ਵਾਰੀ ਆਖਿਆ ਜਾਂਦਾ ਕਿ ਵਾਹਿਗੁਰੂ ਵਾਹਿਗੁਰੂ ਜਪੋ, ਉਹਨੂੰ ਯਾਦ ਰੱਖੋ ਸ਼ਬਦ ਨੂੰ। ਪਰ ਗੁਰੂ ਨਾਨਕ ਸਾਹਿਬ ਸਾਨੂੰ ਕਹਿੰਦੇ ਨੇ ਕਿ ਉਸ ਸੱਤਾ ਨੂੰ, ਉਸ ਸ਼ਕਤੀ ਨੂੰ ਯਾਦ ਰੱਖੋ ਜਿਹਦਾ ਕੋਈ ਨਾਮ ਨਹੀਂ ਹੈ, ਜਿਹਦਾ ਕੋਈ ਸਵਰੂਪ ਨਹੀਂ, ਜਿਹਦਾ ਕੋਈ ਵਿਸ਼ੇਸ਼ ਕਿਤੇ ਕੋਈ ਟਿਕਾਣਾ ਨਹੀਂ। ਉਹ ਸਰਵ ਵਿਆਪਕ ਸ਼ਕਤੀ ਹੈ। ਤੁਸੀਂ ਉਸ ਨੂੰ ਯਾਦ ਕਰੋ। ਉਸ ਨੂੰ ਯਾਦ ਕਰਨ ਦਾ ਜਿਹੜਾ ਤਰੀਕਾ ਦੱਸਿਆ ਗੁਰੂ ਸਾਹਿਬ ਨੇ, ਉਹ ਪਹਿਲੀਆਂ ਅਵਸਥਾਵਾਂ ਵਿੱਚ ਸ਼ਬਦ ਦਾ ਜਾਪ ਹੀ ਕਰਨਾ ਹੁੰਦਾ। ਪਰ ਅਸੀਂ ਬਹੁਤ ਵਾਰੀ ਵੇਖਿਆ, ਮੈਂ ਵੀ ਤੁਸੀਂ ਵੀ, ਸਾਨੂੰ ਸਾਰੀ ਜ਼ਿੰਦਗੀ ਹੋ ਚੱਲੀ ਏ, ਅਸੀਂ ਵਾਹਿਗੁਰੂ ਜਾਂ ਸ਼ਬਦ ਦਾ ਜਾਪ ਜਪੀ ਜਾ ਰਹੇ ਹਾਂ, ਅਗਲੀ ਅਵਸਥਾ ਵਿੱਚ ਅਸੀਂ ਜਾ ਨਹੀਂ ਪਾ ਰਹੇ। ਅਸੀਂ ਕਦੀ ਇਸ ਤਰ੍ਹਾਂ ਧਿਆਨ ਧਰ ਕੇ ਬੈਠਦੇ ਨਹੀਂ ਹਾਂ, ਸਾਡੇ ਕੋਲ ਸਮਾਂ ਹੀ ਨਹੀਂ। ਥੋੜ੍ਹਾ ਬਹੁਤਾ ਪਾਠ ਕਰਨ ਦਾ ਸਮਾਂ ਅਸੀਂ ਕੱਢ ਲੈਂਦੇ ਹਾਂ, ਜਾਂ ਤੁਰੇ ਤੁਰੇ ਜਾਂਦੇ ਵਾਹਿਗੁਰੂ ਵਾਹਿਗੁਰੂ ਬੋਲ ਲੈਂਦੇ ਹਾਂ। ਪਰ ਬੈਠ ਕੇ ਧਿਆਨ ਵਿੱਚ ਉਸ ਅਨਹਦ ਸ਼ਬਦ ਵਿੱਚ ਜੁੜਨ ਦਾ ਸਾਡੇ ਕੋਲ ਵਕਤ ਨਹੀਂ। ਜੇ ਉਹਦੇ ਵਿੱਚ ਜੁੜਨ ਦਾ ਵਕਤ ਨਹੀਂ ਤੇ ਫਿਰ ਇਹ ਸੱਚੀ ਗੱਲ ਹੈ ਕਿ ਨਾ ਅਸੀਂ ਗੁਰੂ ਨਾਲ ਮਿਲਾਪ ਹਾਸਲ ਕਰ ਸਕਾਂਗੇ, ਨਾ ਅਸੀਂ ਉਹ ਨਿਰੰਤਰ ਜੋਤ ਦਾ ਦਰਸ਼ਨ ਕਰ ਸਕਾਂਗੇ, ਤੇ ਨਾ ਸਾਨੂੰ ਗੁਰੂ ਦੀ ਸਮਝ ਆਉਣੀ ਹੈ ਕਿ ਗੁਰੂ ਕਿਸ ਨੂੰ ਆਖਿਆ ਜਾ ਰਿਹਾ ਹੈ। ਗੁਰੂ ਕੋਈ ਸਰੀਰ ਨਹੀਂ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਕੋਈ ਸਰੀਰ ਗੁਰੂ ਕਦੇ ਹੁੰਦਾ ਹੀ ਨਹੀਂ। ਹਾਂ, ਉਸ ਗੁਰੂ ਦੀ ਸੱਤਾ ਜਿਹੜੀ ਹੈ, ਪਰਮ ਪਿਤਾ ਪਰਮਾਤਮਾ ਦੀ ਸੱਤਾ, ਉਹ ਕਿਸੇ ਸਰੀਰ ਵਿੱਚੋਂ ਸਾਨੂੰ ਉਹਦੇ ਨਾਲ ਜੁੜਨ ਦੀ ਤਾਕੀਦ ਕਰਦੀ ਹੈ। ਉਸ ਸਰੀਰ ਦਾ ਸਤਿਕਾਰ ਸਾਨੂੰ ਕਰਨਾ ਚਾਹੀਦਾ ਹੈ, ਲੇਕਿਨ ਸਰੀਰ ਗੁਰੂ ਨਹੀਂ ਹੁੰਦਾ। ਜੇ ਸਰੀਰ ਗੁਰੂ ਹੁੰਦਾ ਤੇ ਗੁਰੂ ਨਾਨਕ ਸਾਹਿਬ ਦਾ ਸਰੀਰ ਕਦੇ ਬਿਨਸਦਾ ਨਾ, ਉਹ ਸਦਾ ਰਹਿੰਦਾ, ਕਿਉਂਕਿ ਗੁਰੂ ਤੇ ਸਦੀਵੀ ਹੈ। ਸੋ ਗੁਰਮੁਖ ਜੋਤ ਨਿਰੰਤਰ ਪਾਈ, ਗੁਰੂ ਦੀ ਰਾਹੀਂ ਯਾਨੀ ਪਰਮ ਪਿਤਾ ਪਰਮਾਤਮਾ ਦੀ ਰਾਹੀਂ ਅਸੀਂ ਉਸ ਲਗਾਤਾਰੀ ਪਰਮ ਸੱਤਾ ਨੂੰ ਹਾਸਲ ਕਰ ਲਿਆ ਹੋਇਆ ਹੈ। ਅੱਗੇ ਹੁਣ ਉਹਨਾਂ ਦਾ ਸਵਾਲ ਹੈ, ਬਿਨ ਦੰਤਾਂ ਕਿਉਂ ਖਾਈਐ ਸਾਰ? ਦੰਦਾਂ ਤੋਂ ਬਿਨਾਂ ਲੋਹਾ ਕਿਵੇਂ ਚਬਾ ਲਈਏ? ਸਾਰ ਦਾ ਮਤਲਬ ਹੈ ਜੀ ਲੋਹਾ। ਇੱਕ ਮੁਹਾਵਰਾ ਹੈ, ਗੁਰਮੁਖੀ ਵਿੱਚ ਆਪਾਂ ਕਈ ਵਾਰੀ ਇਹ ਮੁਹਾਵਰਾ ਵਰਤਦੇ ਹੁੰਦੇ ਹਾਂ, ਲੋਹੇ ਦੇ ਚਨੇ ਚਬਾਣਾ। ਲੋਹੇ ਦੇ ਚਨੇ ਨਹੀਂ ਚਬਾਏ ਜਾ ਸਕਦੇ, ਲੇਕਿਨ ਉਹਦਾ ਇੱਕ ਸੰਖੇਪ ਜਿਹਾ ਅਰਥ ਹੁੰਦਾ ਹੈ ਕਿ ਕਿਸੇ ਬੜੀ ਅਤੀ ਮੁਸ਼ਕਿਲ ਕੰਮ ਨੂੰ ਆਸਾਨੀ ਨਾਲ ਕਰ ਲੈਣਾ। ਉਹਦਾ ਮਤਲਬ ਸਿਰਫ ਇੰਨਾ ਹੀ ਹੁੰਦਾ ਹੈ। ਬਿਨ ਦੰਤਾਂ ਕਿਉਂ ਖਾਈਐ ਸਾਰ? ਦੰਦਾਂ ਤੋਂ ਬਿਨਾਂ ਲੋਹੇ ਨੂੰ ਕਿਵੇਂ ਚਬਾ ਲਈਏ? ਹੁਣ ਲੋਹਾ ਕੀ ਹੈ ਇਹਨਾਂ ਸਿੱਧਾਂ ਦੇ ਸਾਹਮਣੇ? ਜਿਹੜੇ ਉੱਤੇ ਉਹਨਾਂ ਨੇ ਸਵਾਲ ਕੀਤੇ ਨੇ, ਅਸੀਂ ਉਹਨਾਂ ਵਿੱਚੋਂ ਹੀ ਸਮਝ ਸਕਦੇ ਹਾਂ। ਉਹਨਾਂ ਨੇ ਗੁਰੂ ਨਾਨਕ ਸਾਹਿਬ ਨੂੰ ਪੁੱਛਿਆ ਕਿ ਤੁਹਾਡੇ ਜੀਵਨ ਵਿੱਚ ਤਬਦੀਲੀ ਕਿਵੇਂ ਆ ਗਈ? ਉਹਨਾਂ ਨੇ ਗੁਰੂ ਨਾਨਕ ਸਾਹਿਬ ਨੂੰ ਪੁੱਛਿਆ ਕਿ ਤੁਹਾਡਾ ਮਨ ਟਿਕ ਕਿਵੇਂ ਗਿਆ? ਗੁਰੂ ਜੀ ਨੇ ਆਖਿਆ, ਅਨਹਦ ਸ਼ਬਦ ਵਿੱਚ ਜੁੜਿਆ ਮੇਰਾ ਮਨ ਟਿਕ ਗਿਆ। ਉਹਨਾਂ ਫਿਰ ਪੁੱਛਿਆ, ਤੁਸੀਂ ਆਸਾ ਤੇ ਮਨਸਾ ਨੂੰ ਕਿਵੇਂ ਖਤਮ ਕਰ ਲਿਆ? ਗੁਰੂ ਸਾਹਿਬ ਨੇ ਉਸ ਦਾ ਜਵਾਬ ਦਿੱਤਾ, ਨਿਰੰਤਰ ਜੋਤ ਕਿਵੇਂ ਪਾ ਲਈ? ਗੁਰੂ ਦੀ ਰਾਹੀਂ ਪ੍ਰਾਪਤ ਕਰ ਲਈ। ਹੁਣ ਇਹ ਜਿਹੜੇ ਕੰਮ ਨੇ, ਜਿਹੜੇ ਕੁਐਸਚਨ ਉਹਨਾਂ ਨੇ ਕੀਤੇ ਨੇ, ਜਿਨ੍ਹਾਂ ਦੇ ਸਵਾਲ ਗੁਰੂ ਨਾਨਕ ਸਾਹਿਬ ਨੇ ਦਿੱਤੇ ਨੇ, ਉਹਨਾਂ ਸਿੱਧਾਂ ਲਈ ਇਹ ਬਿਨਾਂ ਦੰਦਾਂ ਤੋਂ ਲੋਹਾ ਚੱਬਣ ਦੀ ਬਰਾਬਰ ਹਨ। ਇਸ ਲਈ ਉਹ ਕਹਿ ਰਹੇ ਨੇ, ਬਿਨ ਦੰਤਾਂ ਕਿਉਂ ਖਾਈਐ ਸਾਰ? ਇੰਨਾ ਮੁਸ਼ਕਿਲ ਕੰਮ ਅਸੀਂ ਕਿਵੇਂ ਕਰੀਏ? ਸਾਨੂੰ ਇਹ ਤਾਂ ਦੱਸੋ। ਹੁਣ ਗੁਰੂ ਨਾਨਕ ਸਾਹਿਬ ਨੇ ਆਖਿਆ, ਤ੍ਰੈ ਗੁਣ ਮੇਟੇ ਖਾਈਐ ਸਾਰ। ਬੜਾ ਸਿੱਧਾ ਜਿਹਾ ਮਤਲਬ ਹੈ ਜੀ ਇਹਨਾਂ ਲਾਈਨਾਂ ਦਾ। 3 ਗੁਣ ਨੇ ਮਾਇਆ ਦੇ। ਅਸੀਂ ਵੈਸੇ ਉਹਨਾਂ ਨੂੰ ਕਹਿੰਦੇ ਹੁੰਦੇ ਹਾਂ ਰਜੋ ਗੁਣ, ਤਮੋ ਗੁਣ, ਸਤੋ ਗੁਣ। ਕਬੀਰ ਸਾਹਿਬ ਨੇ ਉਹਨਾਂ ਨੂੰ ਆਖਿਆ, ਰਜ ਗੁਣ, ਤਮ ਗੁਣ, ਸਤ ਗੁਣ ਕਹੀਐ, ਇਹ ਤੇਰੀ ਸਭ ਮਾਇਆ। ਚੌਥੇ ਪਦ ਕੋ ਜੋ ਨਰ ਚੀਨੈ, 3 ਹੀ ਪਰਮ ਗਤ ਪਾਇਆ। ਉਹਨੇ ਜਿਹੜੀਆਂ 3 ਅਵਸਥਾਵਾਂ ਨੇ ਮਾਇਆ ਦੀਆਂ, ਰਜ, ਤਮ ਤੇ ਸਤ, ਅਸੀਂ ਸਾਰੀ ਜ਼ਿੰਦਗੀ ਇਹਨਾਂ ਵਿੱਚ ਬਿਤਾਉਂਦੇ ਹਾਂ। ਪ੍ਰੋਫੈਸਰ ਸਾਹਿਬ ਸਿੰਘ ਨੇ ਇਹਦੇ ਅਰਥ ਬੜੇ
ਸੰਖੇਪ ਜਿਹੇ ਕੀਤੇ ਨੇ ਤੇ ਬੜੇ ਭਾਵਪੂਰਤ ਨੇ। ਉਹਨਾਂ ਨੇ ਤਮੋ ਗੁਣ ਦੇ ਅਰਥ ਕੀਤੇ ਨੇ ਸੁਸਤੀ, ਤੇ ਰਜੋ ਗੁਣ ਦੇ ਅਰਥ ਕੀਤੇ ਨੇ ਚੁਸਤੀ, ਤੇ ਸਤੋ ਗੁਣ ਦੇ ਅਰਥ ਕੀਤੇ ਨੇ ਸ਼ਾਂਤੀ। ਉਹਨੇ ਬੜੇ ਸੰਖੇਪ ਵਿੱਚ ਅਰਥ ਨੇ, ਤੁਸੀਂ ਇਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨਾ। ਅਸੀਂ ਜਦੋਂ ਤਮੋ ਗੁਣ ਵਿਚਰਦੇ ਹਾਂ ਉਦੋਂ ਸਾਡੇ ਉੱਤੇ ਸੁਸਤੀ ਦਾ ਜਿਹੜਾ ਨਾ ਸਾਡੇ ਦਿਮਾਗ ਉੱਤੇ ਬੋਝ ਬਣਿਆ ਹੁੰਦਾ ਹੈ। ਕੁਛ ਕਰਨ ਨੂੰ ਜੀ ਨਹੀਂ ਕਰਦਾ, ਕੁਛ ਬੋਲਣ ਨੂੰ ਜੀ ਨਹੀਂ ਕਰਦਾ, ਕਿਸੇ ਕੋਲ ਬੈਠਣ ਨੂੰ ਮਨ ਨਹੀਂ ਕਰਦਾ, ਤੇ ਫਿਰ ਬੰਦਾ ਆਲਸੀ ਹੋਇਆ। ਹੁਣ ਬਾਕੀ ਚੀਜ਼ਾਂ ਤੇ ਚਾਹੀਦੀਆਂ ਨੇ, ਖਾਣ ਨੂੰ ਚਾਹੀਦਾ, ਕੱਪੜੇ ਪਾਉਣ ਨੂੰ ਚਾਹੀਦੇ ਨੇ, ਸਿਰ ਦੀ ਛੱਤ ਚਾਹੀਦੀ ਏ, ਪਰ ਹੈ ਸੁਸਤ, ਕਰਦਾ ਕੁਝ ਵੀ ਨਹੀਂ। ਫਿਰ ਉਹ ਕੀ ਕਰੇਗਾ? ਫਿਰ ਉਹ ਚੋਰੀਆਂ ਕਰੇਗਾ, ਹੇਰਾ ਫੇਰੀਆਂ ਕਰੇਗਾ, ਕਿਤੇ ਡਾਕਾ ਡਾਲੇਗਾ, ਕੁਝ ਨਾ ਕੁਝ ਮਾੜੇ ਕਰਮ ਕਰੇਗਾ। ਇਹ ਹੈ ਸੁਸਤੀ, ਤਮੋ ਗੁਣ। ਰਜੋ ਗੁਣ ਹੈ ਚੁਸਤੀ, ਕਿ ਬੰਦਾ ਇੱਕਦਮ ਐਕਟਿਵ ਰਹਿੰਦਾ ਹੈ, ਉਹ ਹਰ ਕੰਮ ਨੂੰ ਛੇਤੀ ਨਾਲ ਕਰਦਾ ਹੈ, ਚਾਹੇ ਉਹ ਧਰਮ ਦੇ ਨਾਂ ਥੱਲੇ ਹੋਵੇ ਤੇ ਚਾਹੇ ਉਪਜੀਵਕਾ ਲਈ ਹੋਏ, ਆਰਥਿਕ ਤੌਰ 'ਤੇ ਹੋਵੇ, ਉਹ ਕੰਮ ਵਿੱਚ ਢਿਲਾਈ ਨਹੀਂ ਕਰਦਾ। ਜਦੋਂ ਕੋਈ ਬੰਦਾ ਕੰਮ ਵਿੱਚ ਢਿਲਾਈ ਨਾ ਕਰੇ ਉਦੋਂ ਇਹ ਜ਼ਰੂਰ ਹੈ ਕਿ ਉਹਨੂੰ ਆਮਦਨ ਚੰਗੀ ਹੁੰਦੀ, ਉਹਦੀ ਆਰਥਿਕ ਦਸ਼ਾ ਚੰਗੀ ਬਣ ਜਾਂਦੀ ਏ। ਇਸ ਢੰਗ ਨਾਲ ਉਹ ਚੁਸਤ ਹੋ ਕੇ ਆਪਣਾ ਜੀਵਨ ਜਿਉਂਦਾ। ਸਤੋ ਗੁਣ ਵਿੱਚ ਜਦੋਂ ਪਹੁੰਚਦੀ ਉੱਥੇ ਜਾ ਕੇ ਮਨ ਸ਼ਾਂਤ ਹੋ ਜਾਂਦਾ ਹੈ। ਮਨ ਸ਼ਾਂਤ ਹੋ ਜਾਣ ਤੋਂ ਭਾਵ ਇਹ ਹੁੰਦਾ ਹੈ ਕਿ ਹੁਣ ਮਨ ਵਿੱਚ ਬਹੁਤੇ ਫੁਰਨੇ ਨਹੀਂ ਉੱਠਦੇ। ਉੱਠਦੇ ਹਨ ਅਜੇ, ਕਿਉਂਕਿ ਅਜੇ ਸਤੋ ਗੁਣ ਵਿੱਚ ਉਹ ਮਾਇਆ ਦਾ ਇੱਕ ਗੁਣ ਹੈ। ਫੁਰਨੇ ਉੱਠਦੇ ਨੇ, ਪਰ ਹੁਣ ਜਿਹੜੇ ਫੁਰਨੇ ਉੱਠਦੇ ਨੇ ਉਹ ਇਹੋ ਜਿਹੇ ਉੱਠਦੇ ਨੇ, ਚੱਲ ਉੱਠ ਮਣਾ ਥੋੜਾ ਸਮਾਂ ਸਿਮਰਨ ਕਰੀਏ, ਚੱਲ ਉੱਠ ਮਣਾ ਗੁਰਦੁਆਰੇ ਚੱਲੀਏ, ਸੇਵਾ ਕਰ ਆਈਏ, ਚੱਲ ਉੱਠ ਮਣਾ ਕਿਸੇ ਨੂੰ ਮੇਰੀ ਜ਼ਰੂਰਤ ਹੈ ਉਹਦੀ ਥਾਂ ਜਾ ਕੇ ਉਹਦਾ ਕੰਮ ਕਰ ਦਈਏ। ਹੁਣ ਇਹੋ ਜਿਹੇ ਫੁਰਨੇ ਉੱਠਦੇ ਨੇ। ਕੋਈ ਦਰ 'ਤੇ ਲੋੜਵੰਦ ਆਇਆ, ਮਨਾ ਉੱਠ ਉਹਦੀ ਸਹਾਇਤਾ ਕਰ। ਪਰ ਹੈ ਸਭ ਕੁਝ ਮਾਇਆ ਦੇ ਤਿੰਨਾਂ ਗੁਣਾਂ ਵਿੱਚ। ਤ੍ਰੈ ਗੁਣ ਮੇਟੇ ਖਾਈਐ ਸਾਰ। ਉਹ ਜਿਹੜੇ ਬਚਨ ਉੱਤੇ ਗੁਰੂ ਨਾਨਕ ਸਾਹਿਬ ਨੇ ਦੱਸੇ ਸਿੱਧਾਂ ਨੂੰ, ਜਾਂ ਜਿਹੜੇ ਸਿੱਧਾਂ ਨੇ ਸਵਾਲ ਕੀਤੇ, ਗੁਰੂ ਸਾਹਿਬ ਆਖਦੇ ਨੇ ਤਿੰਨਾਂ ਗੁਣਾਂ ਤੋਂ ਉੱਚਿਆਂ ਉੱਠ ਜਾਈਏ ਤੇ ਉਸ ਮੁਸ਼ਕਿਲ ਕੰਮਾਂ ਨੂੰ ਕੀਤਾ ਜਾ ਸਕਦਾ ਹੈ, ਜੀਵਨ ਤਬਦੀਲ ਕੀਤਾ ਜਾ ਸਕਦਾ ਹੈ, ਆਸਾ ਮਨਸਾ ਤੋਂ ਉੱਚੇ ਉੱਠ ਸਕੀਦਾ ਹੈ, ਵਿਕਾਰਾਂ ਦੀ ਪਕੜ ਤੋਂ ਆਜ਼ਾਦ ਹੋ ਸਕੀਦਾ ਹੈ, ਤੇ ਨਿਰੰਤਰ ਜੋਤ ਦੇ ਦੀਦਾਰ ਵੀ ਹੋ ਸਕਦੇ ਨੇ ਜੇਕਰ ਅਸੀਂ ਮਾਇਆ ਦੇ ਤਿੰਨਾਂ ਗੁਣਾਂ ਤੋਂ ਉੱਚੇ ਉੱਠ ਜਾਈਏ। ਮਾਇਆ ਦੇ ਤਿੰਨਾਂ ਗੁਣਾਂ ਤੋਂ ਉੱਚੇ ਉੱਠਣ ਲਈ ਸਾਨੂੰ ਸੱਚੀ ਮੁੱਚੀ ਗੁਰੂ ਦੀ ਬਾਣੀ ਪੜ੍ਹਨ ਦੀ ਜ਼ਰੂਰਤ ਹੈ, ਉਸ ਨੂੰ ਵਿਚਾਰਨ ਦੀ ਜ਼ਰੂਰਤ ਹੈ, ਤੇ ਆਪਣੇ ਜੀਵਨ ਵਿੱਚ ਢਾਲਣ ਦੀ ਜ਼ਰੂਰਤ ਹੈ। ਕੇਵਲ ਪੜ੍ਹ ਕੇ ਰੱਖ ਦਈਏ ਤੇ ਕੁਝ ਨਹੀਂ ਹੋਣ ਵਾਲਾ। ਕੇਵਲ ਪੜ੍ਹ ਕੇ ਜਾਂ ਸੁਣ ਕੇ ਘਰ ਨੂੰ ਚਲੇ ਜਾਈਏ ਤੇ ਕੁਝ ਨਹੀਂ ਬਣਨ ਵਾਲਾ। ਇਹ ਸਿੱਧੀਆਂ ਸਿੱਧੀਆਂ ਗੱਲਾਂ ਨੇ ਜੀ ਗੁਰਮਤਿ ਦੀਆਂ। ਗੁਰਮਤਿ ਨੇ ਤੇ ਆਖਿਆ ਕਿਆ ਪੜ੍ਹੀ ਹੈ, ਕਿਆ ਗੁਣੀ ਹੈ, ਕਿਆ ਵੇਦ ਪੁਰਾਨਾ ਸੁਣੀ ਹੈ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਪੜ੍ਹ ਪੜ੍ਹ ਗੱਡੀ ਲੱਦੀ ਹੈ, ਪੜ੍ਹ ਪੜ੍ਹ ਭਰੀ ਹੈ ਸਾਥ। ਉਹ ਪੂਰਾ ਸ਼ਲੋਕ ਤਾਂ ਪੜ੍ਹ ਕੇ ਵੇਖੋ। ਉਹਦੇ ਵਿੱਚ ਅਖੀਰ ਤੇ ਗੁਰੂ ਨਾਨਕ ਸਾਹਿਬ ਨੇ ਇਹੋ ਹੀ ਗੱਲ ਆਖੀ ਏ ਕਿ ਗੁਰਮੁਖੋ ਸਾਰੀ ਜ਼ਿੰਦਗੀ ਵੀ ਪੜ੍ਹਦੇ ਰਹੋ, ਹੋਰ ਸਭ ਚਖਣਾ ਝਾਕ ਏ, ਇਸ ਤੋਂ ਵੱਧ ਹੋਰ ਕੁਝ ਵੀ ਨਹੀਂ। ਹੁਣ ਵੇਖੋ, ਇਹ ਗੁਰੂ ਨਾਨਕ ਸਾਹਿਬ ਦੇ ਬਚਨ ਨੇ, ਮੇਰੇ ਨਹੀਂ ਹਨ, ਕਿ ਜੇ ਅਸੀਂ ਕੇਵਲ ਪੜ੍ਹੀ ਜਾ ਰਹੇ ਹਾਂ ਧਾਰਮਿਕ ਪੁਸਤਕਾਂ, ਧਾਰਮਿਕ ਗ੍ਰੰਥ, ਤੇ ਕੇਵਲ ਝੱਖਾਂ ਮਾਰ ਰਹੇ ਹਾਂ, ਹੋਰ ਅਸੀਂ ਕੁਝ ਵੀ ਨਹੀਂ ਕਰ ਰਹੇ। ਸੋ ਇਹਨਾਂ ਮਾਇਆ ਦੇ ਤਿੰਨਾਂ ਗੁਣਾਂ ਤੋਂ ਉੱਚਿਆਂ ਉੱਠ ਕੇ ਫਿਰ ਅਸੀਂ ਨਿਰੰਤਰ ਜੋਤ ਜਿਹੜੀ ਜਗ ਰਹੀ ਹੈ ਸਾਡੇ ਅੰਦਰ, ਉਸ ਦਾ ਆਪਾਂ ਦੀਦਾਰ ਕਰ ਸਕਦੇ ਹਾਂ। ਹੁਣ ਅਖੀਰ ਵਿੱਚ ਸਿੱਧ ਕਹਿੰਦੇ ਨੇ, ਨਾਨਕ ਸਾਚਾ ਕਰੋ ਵਿਚਾਰ।
ਸਾਨੂੰ ਸੱਚੀ ਵਿਚਾਰ ਦੱਸੋ, ਸੱਚ ਦੀ ਉਹ ਜੁਗਤ ਦੱਸੋ ਜਿਹਦੇ ਨਾਲ ਅਸੀਂ ਸੱਚ ਨੂੰ ਗ੍ਰਹਿਣ ਕਰ ਸਕੀਏ, ਸੱਚ ਵਿੱਚ ਅਸੀਂ ਲੀਨ ਹੋ ਸਕੀਏ, ਸੱਚ ਵਿੱਚ ਸਾਡਾ ਮਨ ਟਿਕ ਸਕੇ। ਗੁਰੂ ਨਾਨਕ ਸਾਹਿਬ ਨੇ ਆਖਿਆ, ਨਾਨਕ ਤਾਰੇ ਤਾਰਨਹਾਰ। ਬਸ ਇਹੋ ਹੀ ਸੱਚਾਈ ਹੈ ਕਿ ਤਾਰਨਹਾਰ ਜਿਹਦੇ ਕੋਲ ਸਮਰੱਥਾ ਹੈ ਸਾਨੂੰ ਜਨਮ ਮਰਨ ਦੇ ਗੇੜ ਚੋਂ ਬਾਹਰ ਕੱਢਣ ਦੀ, ਜਿਹਦੇ ਕੋਲ ਸਮਰੱਥਾ ਹੈ ਸਾਡੀ ਆਸਾ ਮਨਸਾ ਨੂੰ ਖਤਮ ਕਰ ਦੇਣ ਦੀ, ਜਿਹਦੇ ਕੋਲ ਸਮਰੱਥਾ ਹੈ ਸਾਡਾ ਜੀਵਨ ਤਬਦੀਲ ਕਰ ਦੇਣ ਦੀ, ਉਹਦੇ ਨਾਮ ਵਿੱਚ ਜੁੜੋ, ਉਹਦੇ ਨਾਲ ਸੁਰਤ ਨੂੰ ਜੋੜੋ। ਇਸ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ, ਕੋਈ ਤਰੀਕਾ ਨਹੀਂ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਤਬਦੀਲ ਕਰ ਸਕੀਏ, ਅਸੀਂ ਆਪਣੇ ਜੀਵਨ ਵਿੱਚ ਕੁਝ ਚੰਗਾ ਕਰ ਸਕੀਏ। ਅਧਿਆਤਮਿਕ ਪਹਿਲੂ ਤੋਂ ਮੈਂ ਗੱਲ ਕਰਦਾ, ਕੇਵਲ ਤੇ ਕੇਵਲ ਸ਼ਬਦ ਵਿੱਚ, ਅਨਹਦ ਵਿੱਚ ਜੁੜ ਕੇ ਹੀ ਅਸੀਂ ਮਾਇਆ ਦੇ ਤਿੰਨਾਂ ਗੁਣਾਂ ਦੇ ਪ੍ਰਭਾਵ ਤੋਂ ਬਚ ਸਕਦੇ ਹਾਂ। ਬਹੁਤ ਸਾਰੇ ਸਵਾਲ ਨੇ ਜੀ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਜੋ ਸਿੱਧਾਂ ਨੇ ਕੀਤੇ ਨੇ, ਗੁਰੂ ਨਾਨਕ ਸਾਹਿਬ ਨੇ ਜਵਾਬ ਦਿੱਤੇ ਨੇ। ਮੈਂ ਚਾਹਾਂਗਾ ਕਿ ਤੁਸੀਂ ਆਪ ਜ਼ਰੂਰ ਸਿੱਧ ਗੋਸ਼ਟ ਬਾਣੀ ਨੂੰ ਪੜ੍ਹੋ, ਭਾਵੇਂ ਉਹਦੀਆਂ ਇੱਕ ਇੱਕ ਦੋ ਦੋ ਪੌੜੀਆਂ ਕਰਕੇ ਪੜ੍ਹੋ। ਜਿਵੇਂ ਜਿਵੇਂ ਤੁਸੀਂ ਸਿੱਧ ਗੋਸ਼ਟ ਨੂੰ ਪੜ੍ਹੋਗੇ ਤੁਹਾਡੇ ਅੰਦਰੋਂ ਕਈ ਪ੍ਰਕਾਰ ਦੇ ਪਰਦੇ ਖੁੱਲ੍ਹਦੇ ਜਾਣਗੇ। ਆ ਜਿਹੜੀਆਂ ਗੱਲਾਂ ਮੈਂ ਦੋ ਚਾਰ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ, ਹੋ ਸਕਦਾ ਇਹਨਾਂ ਵਿੱਚੋਂ ਵੀ ਕੋਈ ਗੁਣਕਾਰੀ ਹੋਣ, ਕੋਈ ਤੁਹਾਨੂੰ ਚੰਗੇ ਪਾਸੇ ਦੀ ਪ੍ਰੇਰਨਾ ਦੇ ਸਕਦੀਆਂ ਹੋਣ। ਪਰ ਜਿੱਦਣ ਤੁਸੀਂ ਆਪ ਸਿੱਧ ਗੋਸ਼ਟ ਨੂੰ ਅਰਥਾਂ ਸਹਿਤ ਪੜ੍ਹੋਗੇ ਤੁਸੀਂ ਪਾਓਗੇ ਕਿ ਸੱਚੀ ਮੁੱਚੀ ਜੀਵਨ ਹੀ ਤਬਦੀਲ ਹੋ ਗਿਆ। ਸਾਰੇ ਦੇ ਸਾਰੇ ਜਿਹੜੇ ਭੇਦ ਨੇ ਸਾਡੇ ਅੰਦਰ ਦੇ, ਉਹ ਇਸ ਸਿੱਧ ਗੋਸ਼ਟ ਬਾਣੀ ਵਿੱਚੋਂ ਖੁੱਲ੍ਹ ਜਾਂਦੇ ਨੇ। ਔਰ ਸਿੱਧ ਗੋਸ਼ਟ ਬਾਣੀ ਦੇ ਸੰਬੰਧ ਵਿੱਚ ਵਿਦਵਾਨਾਂ ਦਾ ਮਤ ਹੈ ਕਿ ਉਹ ਕਿਤੇ ਇੱਕ ਦਿਨ 'ਚ ਬੈਠਿਆਂ ਨਹੀਂ ਹੋ ਗਈ, ਹੋ ਸਕਦਾ ਕਈ ਮਹੀਨੇ ਲੱਗੇ ਹੋਣ। ਔਰ ਇੱਕ ਜਗ੍ਹਾ 'ਤੇ ਨਹੀਂ ਹੋਈ, ਸਿੱਧਾਂ ਨਾਲ ਕਈਆਂ ਥਾਵਾਂ 'ਤੇ ਗੋਸ਼ਟੀਆਂ ਹੋਈਆਂ। ਫਿਰ ਉਹ ਜਿਹੜੇ ਗੁਰੂ ਨਾਨਕ ਸਾਹਿਬ ਨੇ ਜ਼ਰੂਰ ਨੋਟਸ ਤਿਆਰ ਕੀਤੇ ਹੋਣਗੇ ਉਹਨਾਂ ਦੇ ਸਵਾਲਾਂ ਦੇ, ਜਿਹੜੇ ਉਹਨਾਂ ਜਵਾਬ ਦਿੱਤੇ ਉਹਦੇ, ਕਿਉਂਕਿ ਆਪਾਂ ਇਹ ਪੜ੍ਹਿਆ ਸੀ ਸਭ ਤੋਂ ਪਹਿਲਾਂ ਸ਼ੁਰੂ ਵਿੱਚ, ਜਦੋਂ ਪਹਿਲੀ ਉਦਾਸੀ 'ਤੇ ਤੁਰੇ ਸਨ ਤੇ ਉਹਨਾਂ ਨੇ ਇੱਕ ਸੂਈ ਧਾਗਾ ਲਿਆ ਸੀ, ਇੱਕ ਕਾਗਜ਼ ਲਿਆ ਸੀ ਤੇ ਇੱਕ ਕਲਮ ਦਵਾਤ ਲਈ ਸੀ। ਇਹ ਤਿੰਨ ਚੀਜ਼ਾਂ ਲੈ ਕੇ ਉਹ ਤੁਰੇ ਸਨ। ਉਹ ਸ਼ਬਦ ਉਚਾਰਦੇ ਉਹ ਜ਼ਰੂਰ ਲਿਖ ਲਿਆ ਕਰਦੇ ਸਨ। ਸੋ ਇਹ ਜਿੰਨੇ ਬਚਨ ਹੋਏ ਸਿੱਧਾਂ ਜੋਗੀਆਂ ਨਾਲ, ਉਹਨਾਂ ਨੇ ਜ਼ਰੂਰ ਇਹਨਾਂ ਦੇ ਨੋਟਸ ਤਿਆਰ ਕੀਤੇ ਹੋਣਗੇ। ਤੇ ਫਿਰ ਸਾਰੀਆਂ ਗੋਸ਼ਟੀਆਂ ਤੋਂ ਬਾਅਦ ਕਿਸੇ ਇੱਕ ਜਗ੍ਹਾ 'ਤੇ ਬੜੇ ਆਰਾਮ ਵਿੱਚ ਬੈਠ ਕੇ ਉਹਨਾਂ ਨੇ ਸਿੱਧਾਂ ਦੇ ਸਵਾਲ ਵੀ ਲਿਖੇ ਤੇ ਜਿਹੜੇ ਉਹਨਾਂ ਨੇ ਜਵਾਬ ਦਿੱਤੇ ਗੁਰੂ ਨਾਨਕ ਸਾਹਿਬ ਨੇ, ਉਹ ਜਵਾਬ ਵੀ ਲਿਖੇ। ਸੋ ਬੜੇ ਦਾਰਸ਼ਨਿਕ ਸਵਾਲ ਤੇ ਜਵਾਬ ਨੇ ਜੀ। ਮੈਂ ਤੁਹਾਨੂੰ ਪੁਰਜ਼ੋਰ ਅਪੀਲ ਕਰਦਾ ਕਿ ਇਹ ਸਿੱਧ ਗੋਸ਼ਟ ਜ਼ਰੂਰ ਅਰਥਾਂ ਸਹਿਤ ਪੜ੍ਹੋ, ਤੁਹਾਨੂੰ ਸਮਝ ਪੈ ਜਾਏਗੀ। ਜੀਵਨ ਦੇ ਜਿਹੜੇ ਗੁੱਝੇ ਭੇਤ ਨੇ ਉਹ ਖੁੱਲ੍ਹ ਜਾਣਗੇ। ਅਖੀਰ ਵਿੱਚ ਗੁਰੂ ਸਾਹਿਬ ਜੀ ਨੇ ਜਿਹੜੀ ਇਹ ਸਿੱਧ ਗੋਸ਼ਟ ਬਾਣੀ ਲੰਮੀ ਉਚਾਰੀ, ਇਹਦੀਆਂ 73 ਪੌੜੀਆਂ ਨੇ। ਅਖੀਰ ਵਿੱਚ ਜਦੋਂ ਸਵਾਲ ਜਵਾਬ ਸਾਰੇ ਸਿੱਧਾਂ ਦੇ ਖਤਮ ਹੋ ਗਏ, ਹੁਣ ਗੁਰੂ ਜੀ ਨੇ ਉਹਨਾਂ ਨੂੰ ਆਖਿਆ, ਸ਼ਬਦੈ ਕਾ ਨਿਬੇੜਾ ਸੁਣ ਤੂੰ ਔਧੂ। ਔਧੂ ਦਾ ਮਤਲਬ ਹੈ ਜੋਗੀ। ਐ ਸਿੱਧ ਜੋਗੀ, ਹੁਣ ਤੁਸੀਂ ਜਿਹੜੀ ਆਪਾਂ ਇਹ ਲੰਮੀ ਵਿਚਾਰ ਕੀਤੀ ਹੈ ਨਾ ਕਈ ਮਹੀਨੇ ਲਾ ਕੇ, ਇਹਦਾ ਜਿਹੜਾ ਅਖੀਰਲਾ ਨਿਬੇੜਾ ਹੈ, ਜੋ ਫੈਸਲਾ ਹੈ, ਜੋ ਨਿਚੋੜ ਹੈ, ਜੋ ਤੱਤ ਸਾਰ ਹੈ, ਉਹ ਹੁਣ ਸੁਣੋ। ਉਹ ਨਿਚੋੜ ਕੀ ਹੈ, ਇਹ ਸਾਡੇ ਸਾਰਿਆਂ ਦੇ ਸਮਝਣ ਗੋਚਰਾ ਹੈ। ਉਹ ਨਿਚੋੜੇ ਬਿਨ ਨਾਮੈ ਜੋਗ ਨਾ ਹੋਈ। ਪਰਮਾਤਮਾ ਦੇ ਨਾਮ ਸਿਮਰਨ ਵਿੱਚ ਜੁੜਨ ਤੋਂ ਬਿਨਾਂ ਪਰਮਾਤਮਾ ਨਾਲ ਜੁੜਿਆ ਨਹੀਂ ਜਾ ਸਕਦਾ। ਵੇਖੋ, ਹੋਰ ਤਰੀਕੇ ਹੋਣਗੇ, ਹੋਰ ਲੋਕਾਂ ਦੀਆਂ ਜੁਗਤੀਆਂ ਵਿਧੀਆਂ ਹੋਣਗੀਆਂ। ਆਪਾਂ ਕਿਸੇ ਨੂੰ ਗਲਤ ਜਾਂ ਮਾੜਾ ਨਹੀਂ ਕਹਿੰਦੇ, ਪਰ ਗੁਰਮਤਿ ਦਾ ਜਿਹੜਾ ਤਰੀਕਾ ਏ, ਉਹ ਨਾਮ ਤੋਂ ਬਿਨਾਂ ਵਾਹਿਗੁਰੂ ਜੀ ਦੇ ਵਿੱਚ ਨਹੀਂ ਜੁੜਿਆ ਜਾ ਸਕਦਾ। ਨਾਮ ਪਹਿਲਾਂ ਸ਼ਬਦ ਦਾ ਅਭਿਆਸ ਕਰਨਾ,
ਤੇ ਫਿਰ ਉਸ ਅਨਹਦ ਸ਼ਬਦ ਵਿੱਚ ਸੁਰਤ ਨੂੰ ਜੋੜਨਾ। ਇਹ ਬਚਨ ਇਸ ਸਿੱਧ ਗੋਸ਼ਟ ਵਿੱਚੋਂ ਸਾਨੂੰ ਲੱਭਦੇ ਨੇ। ਆਖਣ ਲੱਗੇ ਹੈ ਜੋਗੀ, ਇਹ ਸਾਡੀ ਲੰਮੀ ਵਿਚਾਰ ਦਾ ਜਿਹੜਾ ਸਿੱਟਾ ਏ ਉਹ ਇਹ ਹੈ ਕਿ ਪਰਮੇਸ਼ਵਰ ਦੇ ਨਾਮ ਤੋਂ ਬਿਨਾਂ ਜੋਗ ਨਹੀਂ ਹੋ ਸਕਦਾ। ਜੋਗ ਮੈਨੇ ਜੁੜਨਾ। ਨਾਮੇ ਰਾਤੇ ਅਨ ਦਿਨ ਮਾਤੇ, ਨਾਮੇ ਤੇ ਸੁਖ ਹੋਈ। ਹੁਣ ਜੋਗੀ ਮਾਤੇ ਮੈਂ ਨਾ ਮਸਤ ਹੋਣਾ, ਮਤਵਾਲੇ ਹੋਣਾ, ਉਹ ਮਸਤ ਕਦੋਂ ਹੁੰਦੇ ਸੀ? ਜਦੋਂ ਨਸ਼ਾ ਕਰ ਲੈਂਦੇ ਸਨ। ਗੁਰੂ ਜੀ ਨੇ ਆਖਿਆ ਜਿਹੜੇ ਨਾਮ ਵਿੱਚ ਰਤੇ ਜਾਂਦੇ ਨੇ ਉਹ ਰਾਤ ਦਿਨੇ ਮਸਤ ਹੋ ਜਾਂਦੇ ਨੇ। ਉਹਨਾਂ ਦਾ ਉਹ ਨਸ਼ਾ ਕਦੇ ਉਤਰਦਾ ਨਹੀਂ। ਤੁਹਾਡਾ ਪੀਤਾ ਹੋਇਆ ਨਸ਼ਾ 1-2-4 ਘੰਟਿਆਂ ਬਾਅਦ ਲੱਥ ਜਾਂਦਾ ਹੈ, ਤੁਸੀਂ ਫਿਰ ਉਹੋ ਜਿਹੇ ਖਾਲੀ ਦੇ ਖਾਲੀ ਰਹਿ ਜਾਂਦੇ ਹੋ। ਜੇ ਤੁਸੀਂ ਆਪਣੇ ਆਪ ਨੂੰ ਨਾਮ ਦੀ ਰੰਗਣ ਵਿੱਚ ਰੰਗ ਲਵੋ ਤੇ ਫਿਰ ਇਹ ਨਸ਼ਾ ਰਾਤ ਦਿਨ ਚੜ੍ਹਿਆ ਰਹੇਗਾ। ਨਾਮੇ ਤੇ ਸੁਖ ਹੋਈ। ਇਸ ਨਾਮ ਤੋਂ ਹੀ ਸਾਨੂੰ ਆਤਮਿਕ ਸੁਖ ਮਿਲ ਸਕਦਾ ਹੈ। ਨਾਮੇ ਹੀ ਤੇ ਸਭ ਪ੍ਰਗਟ ਹੋਵੇ। ਸਭ ਕੀ ਪ੍ਰਗਟ ਹੁੰਦਾ ਹੈ? ਗਿਆਨ। ਨਾਮ ਤੋਂ ਹੀ ਗਿਆਨ ਪ੍ਰਗਟ ਹੁੰਦਾ ਹੈ। ਨਾਮ ਤੋਂ ਹੀ ਸਾਨੂੰ ਸਮਝ ਪੈਂਦੀ ਏ ਕਿ ਉਹ ਰੱਬੀ ਜੋਤ ਕਿਵੇਂ ਸਾਰਿਆਂ ਜੀਵਾਂ ਵਿੱਚ ਜਗ ਰਹੀ ਏ। ਤੇ ਫਿਰ ਉਸ ਰੱਬੀ ਜੋਤ ਦੇ ਦਰਸ਼ਨ ਗਿਆਨ ਦੁਆਰਾ ਹੁੰਦੇ ਨੇ। ਗਿਆਨ ਪ੍ਰਗਟ ਹੁੰਦਾ ਹੈ ਨਾਮ ਦੁਆਰਾ। ਨਾਮੇ ਹੀ ਤੇ ਸਭ ਪ੍ਰਗਟ ਹੋਵੇ, ਨਾਮੇ ਸੋਝੀ ਪਾਈ। ਬਿਨ ਨਾਮੇ ਭੇਖ ਕਰੈ ਬਹੁ ਤੇਰੇ, ਸੱਚੈ ਆਪ ਖੁਆਈ। ਜਿਹੜੇ ਲੋਕ ਪਰਮੇਸ਼ਵਰ ਦੇ ਨਾਮ ਤੋਂ ਟੁੱਟੇ ਹੋਏ ਨੇ ਲੇਕਿਨ ਹੋਰ ਕਈ ਕਿਸਮ ਦੇ ਭੇਖ ਧਾਰਨ ਕਰਦੇ ਨੇ। ਜਿੰਨੇ ਵੀ ਭੇਖਧਾਰੀ ਲੋਕ ਨੇ, ਜੇ ਉਹਨਾਂ ਦੇ ਪੱਲੇ ਪਰਮੇਸ਼ਵਰ ਦਾ ਨਾਮ ਹੈ ਤੇ ਉਹਨਾਂ ਦਾ ਭੇਖ ਵੀ ਸਕਾਰਥਾ ਏ। ਜੇ ਉਹਨਾਂ ਦੇ ਪੱਲੇ ਵਾਹਿਗੁਰੂ ਜੀ ਦਾ ਨਾਮ ਨਹੀਂ ਤੇ ਉਹ ਫਿਰ ਭੇਖਧਾਰੀ ਹੀ ਰਹਿ ਜਾਣਗੇ। ਉਹਨਾਂ ਦੇ ਪੱਲੇ ਕੁਝ ਨਹੀਂ ਪੈਣ ਵਾਲਾ। ਅੱਗੇ ਸਤਿਗੁਰੂ ਜੀ ਨੇ ਆਖਿਆ, ਸਤਿਗੁਰ ਤੇ ਨਾਮ ਪਾਈਐ ਔਧੂ, ਜੋਗ ਜੁਗਤ ਤਾਂ ਹੋਈ। ਇਹ ਜਿਹੜਾ ਪਰਮੇਸ਼ਵਰ ਦਾ ਅੰਮ੍ਰਿਤ ਨਾਮ ਹੈ ਇਹ ਸਤਿਗੁਰੂ ਤੋਂ ਪ੍ਰਾਪਤ ਹੁੰਦਾ ਹੈ। ਜਦੋਂ ਸਤਿਗੁਰੂ ਦੇ ਕੋਲੋਂ ਸਾਨੂੰ ਨਾਮ ਦੀ ਦਾਤ ਮਿਲਦੀ ਏ ਉਦੋਂ ਪਰਮੇਸ਼ਵਰ ਵਿੱਚ ਜੁੜਨ ਦੀ ਸਾਨੂੰ ਜੁਗਤੀ ਹਾਸਲ ਹੋ ਜਾਂਦੀ ਏ। ਹੁਣ ਆਪਾਂ ਜੀ ਉਹ ਗੱਲ ਹਮੇਸ਼ਾ ਯਾਦ ਰੱਖਣੀ ਹੈ, ਸਤਿਗੁਰੂ ਕੇਵਲ ਇੱਕ ਹੈ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ। ਆਪਾਂ ਗੁਰੂ ਦੇ ਦਰਬਾਰ ਵਿੱਚ ਆ ਕੇ ਗੁਰੂ ਅੱਗੇ ਅਰਦਾਸ ਕਰਨੀ ਹੈ ਕਿ ਸਾਨੂੰ ਅਕਾਲ ਪੁਰਖ ਨਾਲ ਜੋੜੋ। ਸਾਨੂੰ ਉਸ ਮਾਲਕ ਨਾਲ ਜੁੜਨ ਦਾ ਢੰਗ ਤਰੀਕਾ ਦੱਸੋ। ਤੇ ਗੁਰੂ ਜੀ ਢੰਗ ਤਰੀਕਾ ਦੱਸ ਰਹੇ ਨੇ, ਨਾਮ, ਹੋਰ ਕੋਈ ਗੱਲ ਨਹੀਂ। ਨਾਮ ਤੋਂ ਸਾਰੀਆਂ ਚੀਜ਼ਾਂ ਥੱਲੇ ਨੇ, ਉਹ ਚਾਹੇ ਜਿੰਨੀਆਂ ਮਰਜ਼ੀ ਚੰਗੀਆਂ ਹੋਣ, ਪਰ ਨਾਮ ਤੋਂ ਹਰ ਚੀਜ਼ ਥੱਲੇ ਹੈ। ਗੁਰੂ ਜੀ ਨੇ ਅਖੀਰ ਵਿੱਚ ਆਖਿਆ, ਕਰ ਵਿਚਾਰ ਮਨ ਦੇਖੋ ਨਾਨਕ, ਬਿਨ ਨਾਮੈ ਮੁਕਤ ਨਾ ਹੋਈ। ਇਹ ਗੁਰਮੁਖੋ ਮਨ ਵਿੱਚ ਵਿਚਾਰ ਕਰਕੇ ਵੇਖ ਲਵੋ, ਪਰਮੇਸ਼ਵਰ ਦੇ ਨਾਮ ਤੋਂ ਬਿਨਾਂ ਕਦੀ ਕਿਸੇ ਨੂੰ ਮੁਕਤੀ ਹਾਸਲ ਨਹੀਂ ਹੋਈ। ਆਪਾਂ ਸ਼ੁੱਕਰਵਾਰ ਥੋੜ੍ਹੀ ਜਿਹੀ ਗੱਲ ਕੀਤੀ ਸੀ ਕਿ ਮੁਕਤੀ ਕਿਸ ਨੂੰ ਕਹਿੰਦੇ ਨੇ। ਜਿਹੜੀ ਮਰਨ ਤੋਂ ਬਾਅਦ ਵਾਲੀ ਮੁਕਤੀ ਹੈ ਉਹਦੇ ਲਈ ਕੋਈ ਜਗ੍ਹਾ ਨਹੀਂ ਗੁਰਮਤਿ ਦੇ ਅੰਦਰ। ਗੁਰਮਤਿ ਵਿੱਚ ਜਿਉਂਦੇ ਜੀ ਮੁਕਤ ਹੋਈਦਾ ਹੈ। ਤੇ ਜਿਉਂਦੇ ਜੀ ਮੁਕਤ ਹੋਣਾ ਹੈ ਵਿਕਾਰਾਂ ਤੋਂ, ਉਪੱਦਰਾਂ ਤੋਂ, ਮਾੜੀ ਸੋਚ ਤੋਂ, ਮਾੜੀ ਵਿਚਾਰ ਤੋਂ। ਜਦੋਂ ਅਸੀਂ ਇਹਨਾਂ ਚੀਜ਼ਾਂ ਤੋਂ, ਕਾਮ ਕ੍ਰੋਧ ਆਦਿਕ ਵਿਕਾਰਾਂ ਤੋਂ ਮੁਕਤ ਹੋ ਜਾਵਾਂਗੇ ਤੇ ਅਸੀਂ ਜਿਉਂਦੇ ਜੀ ਮੁਕਤ ਮੰਨੇ ਜਾਂਦੇ ਹਾਂ। ਗੁਰਮਤਿ ਦਾ ਫੈਸਲਾ ਏ, ਜੀਵਨ ਮੁਕਤ ਸੋ ਆਖੀਐ, ਮਰ ਜੀਵੈ ਮਰੀਆ। ਉਸ ਨੂੰ ਜੀਵਨ ਮੁਕਤ ਆਖੀਦਾ ਜਿਹਦੇ ਅੰਦਰੋਂ ਅਹੰਕਾਰ ਆਦਿਕ ਇਹ ਜਿਹੜੇ ਵਿਕਾਰ ਨੇ ਉਹ ਬਿਨਸ ਗਏ ਹੋਣ, ਉਹ ਖਤਮ ਹੋ ਗਏ ਹੋਣ, ਉਹ ਮਨੁੱਖ ਜੀਵਨ ਮੁਕਤ ਹੋ ਜਾਂਦਾ ਹੈ। ਸੋ ਇੱਥੋਂ ਤੱਕ ਸੀ ਜਿਹੜੀ ਸਿੱਧਾਂ ਦੇ ਨਾਲ ਗੁਰੂ ਨਾਨਕ ਸਾਹਿਬ ਦੀ ਗੋਸ਼ਟੀ ਹੋਈ, ਵਿਚਾਰ ਹੋਈ। ਗੁਰੂ ਨਾਨਕ ਸਾਹਿਬ ਨੇ ਉਹਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਤੇ ਅਖੀਰ ਤੇ ਉਹਨਾਂ ਨੂੰ ਇਹ ਗੱਲ ਸਮਝਾਈ ਜੋਗੀਆਂ ਨੂੰ ਕਿ ਭਾਈ ਇਹ ਸਾਡੀ ਪੂਰੀ ਲੰਮੀ ਵਿਚਾਰ ਦਾ ਜੋ ਸਿੱਟਾ ਹੈ
ਉਹ ਹੈ ਬਿਨ ਨਾਮੈ ਜੋਗ ਨਾ ਹੋਈ ਅਤੇ ਬਿਨ ਨਾਮੈ ਮੁਕਤ ਨਾ ਹੋਈ। ਪਰਮੇਸ਼ਵਰ ਦੇ ਨਾਮ ਵਿੱਚ ਜੁੜੋ, ਨਾਮ ਵਿੱਚ ਜੁੜ ਕੇ ਹੀ ਤੁਹਾਡੇ ਜੀਵਨ ਦਾ ਭਲਾ ਹੋ ਸਕੇਗਾ। ਇਸ ਤੋਂ ਅੱਗੇ ਹੁਣ ਗੁਰੂ ਨਾਨਕ ਸਾਹਿਬ ਉਹਨਾਂ ਸਿੱਧਾਂ ਜੋਗੀਆਂ ਨਾਲ ਫਤਿਹ ਸਾਂਝੀ ਕਰਕੇ ਸਤਿ ਸ੍ਰੀ ਅਕਾਲ, ਰਾਮ ਸਤ ਜੋ ਵੀ ਕਹਿੰਦੇ ਹੋਣਗੇ। ਵੈਸੇ ਗੁਰੂ ਨਾਨਕ ਸਾਹਿਬ ਸਤ ਕਰਤਾਰ ਆਖਦੇ ਹੁੰਦੇ ਸਨ। ਆ ਜਿਹੜੀ ਆਪਾਂ ਵਾਹਿਗੁਰੂ ਜੀ ਕੀ ਫਤਿਹ ਬੋਲਦੇ ਆ, ਇਹ 10ਵੇਂ ਪਾਤਸ਼ਾਹ ਮਹਾਰਾਜ ਦੇ ਵੇਲੇ ਹੋਂਦ ਵਿੱਚ ਆਈ ਏ। ਗੁਰੂ ਨਾਨਕ ਸਾਹਿਬ ਹਮੇਸ਼ਾ ਸਤ ਕਰਤਾਰ ਕਹਿੰਦੇ ਹੁੰਦੇ ਸਨ। ਸੋ ਉਹਨਾਂ ਜੋਗੀਆਂ ਸਿੱਧਾਂ ਨੂੰ ਸਤ ਕਰਤਾਰ ਆਖ ਕੇ ਹੁਣ ਉਹ ਅੱਗੇ ਵਧੇ। ਅੱਗੇ ਕਿਹੜੇ ਪਾਸੇ ਗਏ? ਉਹ ਨੇਪਾਲ ਵਾਲੇ ਪਾਸੇ, ਕਿਉਂਕਿ ਹਿਮਾਲਿਆ ਤੇ ਨੇਪਾਲ ਬਹੁਤੀ ਵਿੱਥ ਨਹੀਂ ਹੈ। ਹਿਮਾਲਿਆ ਦੀਆਂ ਜੜ੍ਹਾਂ ਵਿੱਚ ਹੀ ਨੇਪਾਲ ਹੈ। ਸਤਿਗੁਰੂ ਜੀ ਹੁਣ ਨੇਪਾਲ ਚਲੇ ਜਾਣਗੇ। ਇਤਿਹਾਸ ਵਿੱਚ ਖਟਮੰਡੂ ਲਿਖਿਆ ਹੋਇਆ ਹੈ, ਜਿਹੜੀ ਰਾਜਧਾਨੀ ਹੈ ਨੇਪਾਲ ਦੀ। ਅੱਜ ਕੱਲ੍ਹ ਆਪਾਂ ਉਹਨੂੰ ਕਾਠਮੰਡੂ ਕਹਿੰਦੇ ਆ। ਗੁਰੂ ਨਾਨਕ ਸਾਹਿਬ ਜਦੋਂ ਇੱਥੇ ਕਾਠਮੰਡੂ ਗਏ, ਇੱਥੇ ਉਹਨਾਂ ਨੇ ਕੀ ਆਪਣੇ ਵਿਚਾਰ ਦਿੱਤੇ, ਕਿਹਨਾਂ ਦੇ ਨਾਲ ਉਹਨਾਂ ਦਾ ਮਿਲਾਪ ਹੋਇਆ, ਤੇ ਫਿਰ ਕਾਠਮੰਡੂ ਤੋਂ ਤਿੱਬਤ ਤੋਂ ਹੁੰਦੇ ਹੋਏ ਸਤਿਗੁਰੂ ਜੀ ਲੇਹ ਲਦਾਖ ਤੱਕ ਪਹੁੰਚਣਗੇ, ਫਿਰ ਜੰਮੂ ਜਾਣਗੇ। ਫਿਰ ਅਗਲੀ ਵਿਚਾਰ ਜਿਵੇਂ ਜਿਵੇਂ ਆਪਾਂ ਇਤਿਹਾਸ ਸਾਨੂੰ ਦੱਸੇਗਾ, ਆਪਾਂ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਤੁਸੀਂ ਬੜੇ ਪਿਆਰ ਨਾਲ ਬੈਠ ਕੇ ਅੱਜ ਦੇ ਵਿਚਾਰ ਨੂੰ ਸੁਣਿਆ। ਆਪ ਸਾਰੀ ਸੰਗਤ ਦਾ ਦਿਲੋਂ ਧੰਨਵਾਦ ਕਰਦਾ ਹਾਂ। ਮੇਰੇ ਪਾਸੋਂ ਵਿਚਾਰ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਦੀ ਖਿਮਾ ਪਿਆਰ ਨਾਲ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।